हाँ जी, अज ਸਕੈਦਾ ਕਰਦੇ हैं 8 अक्टूबर ਨੂੰ पास ਕੀਤਾ है 4 ਗਲਤੀਆਂ ਦੇ ਨਾਲ। ਤੇ ਅਹਿਮਦ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਸ਼ੁਰੂ ਕਰਦੇ ਹਾਂ ਜੀ। हाँ जी, पहला सवाल, il segnale raffigurato pre annuncia un incrocio in cui si ha la precedenza। ਇਹ ਦੱਸਦਾ ਇੱਕ ਸਿਨੈਲੇ ਪਹਿਲਾਂ ਹੀ ਦੱਸਦਾ ਇੱਕ ਚਰਾਹਾ ਜਿੱਥੇ ਤੁਸੀਂ ਰੱਖਦੇ ਹੈ ਪਹਿਲ, ਸੀ ਆ ਤੁਹਾਡੀ ਹੈ ਪਹਿਲ। ਇਹ ਸਾਨੂੰ ਪਤਾ ਅਸੀਂ ਮੇਨ ਰੋਡ ਤੇ ਹਾਂ, ਸਾਡੀ ਹੈ ਪਹਿਲ। ਜਿਹੜਾ ਰੋਡ ਕ੍ਰੋਸ ਕਰ ਰਿਹਾ ਹੈ ਉਹ ਪਹਿਲ ਦਊਗਾ। ਇੱਦਾਂ ਹੋਇਆ ਨਾ, ਸਾਡੀ ਪਹਿਲ ਹੈ। ਤਾਂ ਇਹ 'ਚ ਕਈ ਹਾਂ ਵੇਰੋ ਹੋ ਗਿਆ। ਇਹ 'ਚ ਕਈ ਸਵਾਲ ਬਣ ਜਾਂਦੇ ਆ। ਇਹ ਲੱਗਿਆ ਕਿਹੜੇ ਤੇ ਹੋਊਗਾ ਫਿਰ? ਸਾਡੀ ਪਹਿਲ ਹੈ ਤਾਂ ਇਹ ਦਰੀਤੋ ਦੀ ਪ੍ਰੈਜੀਡੈਂਸਾ ਤੇ ਲੱਗਿਆ ਹੋਊਗਾ। ਕ੍ਰੋਸ ਕਿਹਦੇ ਨਾਲ ਕਰ ਰਹੇ ਆ? ਸੈਂਸਾ ਦਰੀਤੋ ਨਾਲ ਜਾਂ ਮਿਨੋਰੇ ਇੰਪੋਰਟੈਂਸਾ ਜਾਂ ਸੈਕੰਦਾਰੀਆ ਦੇ ਨਾਲ। ਬਸ ਇੰਨੀ ਗੱਲ ਹੈ। ਹੌਲੀ ਹੋਣਾ ਫਿਰ ਵੀ ਬਣਦਾ, ਮੁਦਰਾਰੇ ਵੇਲੋਚੀ ਤਾਂ ਫਿਰ ਵੀ ਕਰਨੀ ਹੈ, ਚਾਹੇ ਸਾਡੀ ਪਹਿਲ ਹੈਗੀ ਵੀ ਹੈ। ਬਸ ਇੰਨੀ ਗੱਲ ਹੈ ਇਹਦੇ ਵਿੱਚ। ਤੇ ਇਹ ਸਵਾਲ ਪਹਿਲਾ ਹੋ ਗਿਆ ਵੇਰੋ, ਸਾਡੀ ਹੈ ਪਹਿਲ, ਪ੍ਰੈਚੀਡੈਂਸਾ ਦਾ ਸਾਈਨ ਹੈ। Il semaforo in figura con luce verde accesa, verde accesa, hari jaggi, consente soltanto ai conducenti di biciclette di attraversare la incrocio। Allowed है सिर्फ ਸਾਈਕਲਾਂ ਡਰਾਈਵਰ ਸਾਈਕਲਾਂ ਦੇ ਨੂੰ ਕ੍ਰੋਸ ਕਰਨਾ ਚਰਾਹੇ ਨੂੰ। ਲੂਚੇ ਵੇਰਦੇ ਜਗਦੀ ਹੈ ਸਿਰਫ ਸਾਈਕਲ ਵਾਲੇ ਹੀ ਕ੍ਰੋਸ ਕਰ ਸਕਦੇ। ਤੇ ਗੱਲ ਠੀਕ ਹੈ ਨਾ ਇਹ? ਇਹ ਸਵਾਲ ਠੀਕ ਹੋ ਗਿਆ ਕਿਉਂਕਿ ਉਹੀ ਕ੍ਰੋਸ ਕਰ ਸਕਦੇ ਆ। ਚਰਾਹਾ ਜਿੱਦਾਂ ਲਿਖਤਾ ਪਰ ਯਾਤਰਾ ਵਰਸਾਮੈਂਟੋ ਹੈਗੀ ਹੈ ਤਾਂ ਕਿਤੇ ਵੀ ਹੋ ਸਕਦੀ ਹੈ, ਤੁਹਾਨੂੰ ਕ੍ਰੋਸ ਕਰ ਸਕਦੇ। ਇਹ ਤਾਂ ਠੀਕ ਹੀ ਹੈ, ਸਾਈਕਲ ਦੀ क्रॉसिंग है attraversamento। तीसरा सवाल, il conducente deve sempre essere in grado di arrestare il veicolo in condizioni di sicurezza। ड्राइवर ਨੂੰ ਜ਼ਰੂਰੀ ਹੈ ਹਮੇਸ਼ਾ ਹੋਣਾ ਹਾਲਤ ਵਿੱਚ ਰੋਕ ਸਕੇ, ਅਰੈਸਟ ਕਰ ਸਕੇ ਵਹੀਕਲ ਨੂੰ। ਕਿੱਦਾਂ ਰੋਕ ਸਕੇ? ਇਨ ਕੰਡੀਸ਼ਨੀ ਦੀ ਸਿਕਿਉਰਿਟੀ, ਸਿਕਿਉਰਿਟੀ ਦੀ ਕੰਡੀਸ਼ਨ 'ਚ। ਹਮੇਸ਼ਾ ਹੀ ਇਹ ਗੱਲ ਸਹੀ ਹੈ। ਕੋਈ ਵੀ ਕੰਮ ਕਰਨਾ ਚਾਹੇ ਆਪਾਂ ਰੋਕਣੀ ਹੈ, ਗੱਡੀ ਦੁਆਰ ਚੋਂ ਚੱਲਣਾ, ਹਰ ਕੰਮ ਕੰਡੀਸ਼ਨੀ ਦੀ ਸਿਕਿਉਰਿਟੀ 'ਚ ਹੀ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਵੀ ਗੱਡੀ ਐਕਸੀਡੈਂਟ ਹੋਣ ਤੋਂ ਬਾਅਦ ਰੁਕੀ ਫਿਰ ਕੀ ਹੋਈ ਹੈ। ਤਾਂ deve sempre in grado di arrestare il veicolo in sicurezza। Quando in centro abitato conducente di un veicolo si imbatte in un corteo deve cercare di farsi strada interrompendo il corteo ma con estrema prudenza। ਕੀ ਹੋਇਆ ਇਹ? ਫਾਲਸੋ ਹੁੰਦਾ ਨਾ, ਕੋਰਤਿਓ ਜਲੂਸ ਜਾ ਰਿਹਾ ਹੈ ਨਾ। ਇੰਟਰਰੋਂਪੈਂਦੋ ਤੋੜਦੇ ਹੋਏ ਨਹੀਂ, ਤੋੜਨਾ ਨਹੀਂਗਾ। ਕੀ ਕਰ ਸਕਦੇ? ਸਿਰਫ ਅਸੀਂ ਪਾਸ਼ੀਐਂਟਾਮੈਂਟੇ ਅਟੈਂਡ ਕਰ ਸਕਦੇ ਹਾਂ ਬਸ। ਨਾ ਹੀ ਬੈਕ ਕਰਨਾ, ਨਾ ਹੀ ਯੂ ਟਰਨ ਕਰਨਾ। ਹਾਂ ਇੱਕ ਹੈਗਾ ਨਾ ਹੀ ਲਾਈਟਾਂ ਜਗਾਣੀਆਂ, ਨਾ ਹੋਰਨ ਮਾਰਨਾ, ਇਹ ਤਾਂ ਹੈਗਾ ਹੀ ਹੈ। ਇੱਕ ਹੈਗਾ ਸਟਰਾਦਾ ਲਤਰਾਲੇ 'ਚ ਜੇ ਪੋਸੀਬਿਲਿਟੀ ਹੈ ਇੰਬੋਕੋ ਕਰਨ ਦੀ, ਐਂਟਰ ਕਰਨ ਦੀ, ਸਾਈਡ ਤੇ ਕੋਈ ਰੋਡ ਖਾਲੀ ਹੈਗਾ ਉਧਰ ਇੰਬੋਕੋ ਕਰ ਜਾਓ, ਉਹ ਸਵਾਲ ਠੀਕ ਹੈ। ਬਾਕੀ ਕੁਝ ਨਹੀਂ ਕਰਨਾ, ਪਾਸ਼ੀਐਂਟਾਮੈਂਟੇ ਅਟੈਂਡ ਕਰਨਾ। ਚੌਥਾ ਸਵਾਲ ਆਪਣਾ ਵੇਰੋ ਸੀਗਾ, ਇੰਟਰਰੋਂਪੈਂਦੋ ਇਹ ਫਾਲਸੋ ਕੀਤਾ ਹੋਇਆ। ਚਲੋ, il conducente del veicolo da sorpassare ha obbligo di tenersi più possibile vicino al margine destro su strade a unica corsia per senso di marcia। veicolo da sorpassare ਹੈ ਜਿਹਨੂੰ ਓਵਰਟੇਕ ਕੀਤਾ ਜਾ ਰਿਹਾ ਹੈ, ਜਿਹੜਾ ਪਿੱਛੇ ਰਹਿ ਜਾਊਗਾ। ਜਿਹੜਾ ਫੋਟੋ 'ਚ ਆਪਾਂ ਟਰੱਕ ਬਣਾਇਆ ਹੋਇਆ ਹੈ ਨਾ, ਉਹਨੂੰ ਓਬਲੀਗੋ ਹੈ ਤੇਨੇਰੇ ਮਾਰਜਿਨੇ ਦੈਸਟਰੋ। ਹਾਂ ਉਹਨੇ ਮਾਰਜਿਨੇ ਦੈਸਟਰੋ ਹੀ ਰਹਿਣਾ। ਪਰ ਜਿਹੜਾ ਵਹੀਕਲ ਕੇ ਸੁਰਪਾਸਾ ਜਿਹੜਾ ਕਰਦਾ ਪਿਆ ਓਵਰਟੇਕ, ਉਹ ਨਹੀਂ ਦੈਸਤਰਾ ਰਹੂਗਾ, ਉਹਨੂੰ ਥੋੜਾ ਜਿਹਾ ਖੱਬੇ ਪਾਸੇ ਜਾਣਾ ਪੈਣਾ। ਤਾਂ ਧਿਆਨ ਰੱਖੋ, ਦਾ ਸੁਰਪਾਸਾਰੇ ਨੂੰ ਦੈਸਤਰਾ ਰਹਿਣਾ ਜ਼ਰੂਰੀ ਹੈ। ਲਗਭਗ ਉੱਦਾਂ ਵੀ ਆਪਾਂ ਰੋਡ ਦੇ ਵਿੱਚ ਦੈਸਤਰਾ ਹੀ ਰਹਿੰਦੇ ਹੁੰਦੇ ਹਾਂ, ਚਾਹੇ ਕੋਈ ਨੋਰਮਲ ਵੀ ਜਾ ਰਹੇ ਆ, ਕੋਈ ਨਹੀਂ ਵੀ ਆ ਰਿਹਾ, ਤਾਂ ਵੀ ਦੈਸਤਰਾ ਹੀ ਰਹਿਣਾ ਚਾਹੀਦਾ ਹੈ। ਤਾਂ ਸਵਾਲ ਤਾਂ ਠੀਕ ਹੀ ਹੈ, ਸੱਜੇ ਪਾਸੇ ਰੋ। ਤਾਂ ਇਹ ਠੀਕ ਹੋ ਗਿਆ ਹੈ ਨਾ। ਚਲੋ ਅਗਲਾ ਸਵਾਲ। ਹਾਂ 10 ਸੁਰਪਾਸਾਰੇ ਨੂੰ ਹੋਰ ਕੀ ਹੈ ਜਿਹਨੂੰ ਓਵਰਟੇਕ ਕੀਤਾ ਰਿਹਾ? ਹਮੇਸ਼ਾ ਹੌਲੀ ਨਹੀਂ ਕਰਨਾ, ਉਹ ਹਮੇਸ਼ਾ ਹੌਲੀ ਕਰ ਲਓ, ਹਮੇਸ਼ਾ ਹੌਲੀ ਨਹੀਂ ਕਰਨਾ ਜਦੋਂ ਓਵਰਟੇਕ ਕਰ ਰਿਹਾ। ਹਾਂ ਜਿਹੜਾ ਓਵਰਟੇਕ ਕਰ ਰਿਹਾ ਉਹ ਸੈੱਟ ਕਰੂਗਾ ਆਪਣੀ ਸਪੀਡ, ਤੇ ਹਮੇਸ਼ਾ ਹੌਲੀ ਨਹੀਂ ਕਰਨਾ। ਹਾਂ ਜਦੋਂ ਸਾਹਮਣੋਂ ਕੋਈ ਆਉਂਦਾ ਫਿਰ ਹੌਲੀ ਵੀ ਕਰਨਾ,
ਤੇ ਥੋੜਾ ਜਿਹਾ ਮਾਰਜਨੀ ਦਸਤਰੋ ਹੋਰ ਹੋ ਜਾਓ, ਜਗ੍ਹਾ ਦੇ ਦਿਓ ਪੂਰੀ, ਬਸ ਇੰਨੀ ਕੁ ਗੱਲ ਹੈ। ਕੋਈ ਇੰਡੀਕੇਟਰ ਨਹੀਂ ਜਗਾਉਣਾ ਜਦੋਂ ਓਵਰਟੇਕ ਕੀਤਾ ਜਾ ਰਿਹਾ, ਬਾਕੀ ਕੁਝ ਨਹੀਂ ਕਰਨਾ, ਬਸ ਦੋ ਹੀ ਗੱਲ ਹੈ। Il pannello raffigurato deve essere messo all'estremità del carico che sporge dietro al veicolo। ਦੱਸੂਗਾ ਕੋਈ? ਲਗਾਉਣਾ ਚਾਹੀਦਾ ਹੈ ਬਾਹਰਲੇ ਪਾਸੇ ਸਮਾਨ ਦੇ, ਜਿਹੜਾ ਪਿਛਲੇ ਪਾਸੇ ਬਾਹਰ ਨਿਕਲੂਗਾ, ਸਪੋਰਜ dietro। ਫਾਲਸੋ ਕਿੱਦਾਂ ਹੋਇਆ? ਲਾਣਾ ਹੈ ਬਾਹਰਲੇ ਪਾਸੇ ਸਮਾਨ ਦੇ, ਜਿਹੜਾ ਨਿਕਲ ਗਿਆ ਬਾਹਰ ਪਿਛਲੇ ਪਾਸੇ ਵਹੀਕਲ ਦੇ। dietro ਕਹਿ ਦੋ, posteriormente ਕਹਿ ਦੋ, ਪਿਛਲੇ ਪਾਸੇ ਹੀ ਲੱਗਦੇ ਇਹ। ਨਾ ਤਾਂ ਮੋਹਰੇ ਪਾਸੇ ਤਾਂ ਬਾਹਰ ਸਮਾਨ ਨਿਕਲ ਹੀ ਨਹੀਂ ਸਕਦਾ, ਤਾਂ ਮੋਹਰੇ ਪਾਸੇ ਲੱਗ ਨਹੀਂ ਸਕਦੇ। ਸਾਈਡਾਂ ਵਿੱਚ ਕਿੰਨਾ ਨਿਕਲ ਸਕਦਾ ਹੈ? 30 ਸੈਂਟੀਮੀਟਰ ਦਾ ਪੜਿਆ, ਪਰ ਸਾਈਡਾਂ ਤੇ ਇਹ ਨਹੀਂ ਲੱਗ ਸਕਦੇ, ਸਾਈਡਾਂ ਤੇ ਨਹੀਂ ਲੱਗਦੇ, ਪਿੱਛੇ ਹੀ ਲੱਗਦਾ। ਜਾਂ ਫਿਰ ਜਦੋਂ ਆਪਾਂ ਗੱਡੀ ਨੂੰ ਤ੍ਰੈਨਾਰੇ ਕਰਦੇ ਹਾਂ, ਖਰਾਬ ਗੱਡੀ ਨੂੰ ਟੋਚਨ ਪਾ ਕੇ ਲੈ ਜਾਂਦੇ ਹਾਂ, ਫਿਰ ਵੀ ਇਹ ਲਾ ਸਕਦੇ ਹਾਂ, ਜਾਂ ਤ੍ਰਿਐਂਗਲੋ ਜਿਹੜਾ ਹੁੰਦਾ ਉਹ ਲਾ ਸਕਦੇ ਹਾਂ। ਇਹ deve essere messo estremità del carico, ਸਮਾਨ ਦੇ ਬਾਹਰਲੇ ਪਾਸੇ, ਕਿ sporge dietro al veicolo। ਠੀਕ ਹੈ ਸਵਾਲ ਅੱਛੀ। posteriormente ਤੇ dietro ਇੱਕੋ ਗੱਲ ਹੈ। patente di categoria A, ਇਹ ਜਿਹੜਾ può essere conseguita con accesso graduale a 18 anni di età। ਇੱਥੇ ਤੱਕ ਕੀ ਸਵਾਲ ਪੜ੍ਹ ਲਓ। ਗ੍ਰੈਜੂਆਲੇ ਯਾਨੀ ਕਿ ਪ੍ਰਮੋਸ਼ਨ ਹੋ ਕੇ, ਯਾਨੀ ਕਿ ਉਹ ਗ੍ਰੇਡ ਵੱਧ ਕੇ 18ਵੇਂ ਸਾਲ ਚ ਮਿਲ ਸਕਦਾ ਇਹ? ਨਹੀਂ, ਇਹ ਮਿਲੂਗਾ 20 ਸਾਲ। ਹਾਂ, 20ਵੇਂ ਸਾਲ ਚ ਜਾਂ ਤਾਂ ਗ੍ਰੇਡ ਵੱਧ ਕੇ, ਕਿਉਂਕਿ 18 ਸਾਲ ਦਾ ਤੁਹਾਡੇ ਕੋਲ A2 ਲੈ ਲਿਆ ਤੁਸੀਂ, 2 ਸਾਲਾਂ ਬਾਅਦ 20 ਸਾਲਾਂ ਬਾਅਦ ਮਿਲ ਸਕਦਾ। ਸਵਾਲ ਤਾਂ ਇੱਥੇ ਗਲਤ ਹੋ ਗਿਆ। ਜੇ ਚੈਸੋ ਡਾਇਰੈਕਟੋ ਲੈਣਾ, ਡਾਇਰੈਕਟ, ਫਿਰ ਕਿੰਨੀ ਉਮਰ ਚਾਹੀਦੀ ਸੀ? 24 ਆਨੀ। ਹਾਂ, ਤਾਂ ਅੱਗੇ ਪੜ੍ਹਨ ਦੀ ਲੋੜ ਨਹੀਂ, 18ਵੇਂ ਸਾਲ ਚ ਲੈ ਸਕਦੇ ਆ। ਜਿਹਦੇ ਕੋਲ ਨਹੀਂ ਅੱਗੇ ਪੜ੍ਹਨ ਦੀ ਲੋੜ ਨਹੀਂ, ਤੇ ਇਹ ਹੋ ਗਿਆ ਫਾਲਸ। 8ਵਾਂ nel intervento di primo soccorso bisogna allontanare in ogni caso il ferito dal posto in cui si trova। ਫਾਲਸੋ ਬਿਲਕੁਲ ਸਹੀ ਹੈ। ਇੰਟਰਵੈਂਟੋ ਜਦੋਂ ਆਪਾਂ ਦਖਲ ਦੇ ਰਹੇ ਹਾਂ, ਇੰਟਰਫੇਅਰ ਕਰ ਰਹੇ ਹਾਂ, ਕਰਨਾ ਹੀ ਹੈ ਨਾ ਹਰ ਫਸਟ ਐਡ ਚ। ਬਿਜ਼ੋਨੀਆ ਲੋਂਤਾਨਾਰਿਆ, ਦੂਰ ਲੈ ਜਾਓ ਹਰ ਹਾਲਤ ਵਿੱਚ। ਤੇ ਆਪਾਂ ਕਈ ਤਰੀਕੇ ਯਾਦ ਕੀਤਾ ਵੀ ਪਹਿਲਾਂ ਤਾਂ ਰੀੜ੍ਹ ਦੀ ਹੱਡੀ ਦੇਖਣੀ ਹੈ, ਜਿਹੜਾ ਕਲੋਨਾ ਵਰਤੇਬਰਾਲੇ ਆਪਾਂ ਸਵਾਲ ਪੜਿਆ, ਉਹ ਚ ਨਹੀਂ ਸੱਟ ਵੱਜੀ ਹੋਈ। ਜੇ ਉਹਨੂੰ ਸੱਟ ਵੱਜੀ ਫਿਰ ਤਾਂ ਜਮੇ ਨਹੀਂ ਹਿਲਾ ਸਕਦੇ ਉੱਥੋਂ। ਉਹਦਾ ਇੱਕ ਇਹ ਵੀ ਹੈਗਾ ਵੀ ਹਰ ਹਾਲਤ 'ਚ ਦੂਰ ਲਿਆਣਾ, ਕਿਉਂ ਲਿਆਣਾ? ਐਕਸੀਡੈਂਟ ਹੋਇਆ ਵੀ ਦੂਰ ਕਿਉਂ ਲੈ ਜਾਵਾਂਗੇ ਆਪਾਂ? ਹਾਂ, ਡਿਪੈਂਡ ਕਰਦਾ ਵੀ ਅੱਗ ਲੱਗਣ ਦੇ ਚਾਂਸ ਹੈਗੇ ਆ ਗੱਡੀ ਨੂੰ, ਜਾਂ ਇੱਦਾਂ ਦੇ ਕੋਈ ਜ਼ਿਆਦਾ ਖਤਰਾ, ਫਿਰ ਦੂਰ, ਜਾਂ ਟ੍ਰੈਫਿਕ ਬਹੁਤ ਜ਼ਿਆਦਾ ਉੱਥੇ, ਤਾਂ ਦੂਰ ਲਿਆਵਾਂਗੇ। ਹਰ ਹਾਲਤ 'ਚ ਦੂਰ ਕਿਉਂ ਲੈ ਜਾਵਾਂਗੇ? ਤਾਂ ਉਹਨੀ ਕਾਜ਼ੋ ਤੋਂ ਇੱਥੇ ਗਲਤ ਹੋ ਜਾਂਦਾ। ਤੇ ਰੀੜ੍ਹ ਦੀ ਹੱਡੀ ਵਾਲਾ ਆਪਣਾ ਵੀਰੋ ਹੈਗਾ ਹੀ ਆ। 8ਵਾਂ ਸਵਾਲ ਹੋ ਗਿਆ ਫਾਲਸੋ। 9ਵਾਂ in presenza del segnale raffigurato è necessario arrestarsi se sono in funzione le due luci rosse lampeggianti। ਜ਼ਰੂਰੀ ਹੈ ਰੁਕਣਾ ਜੇ ਫੰਕਸ਼ਨ ਚ ਹੈ ਦੋਨੋਂ ਲਾਈਟਾਂ। ਹਾਂਜੀ, 2 ਲਾਈਟਾਂ ਲੱਗੀਆਂ ਹੋਗੀਆਂ। ਅੱਛਾ, ਜੇ 2 ਲਾਈਟਾਂ ਲੱਗੀਆਂ ਹੋਗੇ ਤਾਂ ਕਿਹੜਾ ਇਹ ਪਸਾਜੋ ਲਿਵੈਲੋ ਕਿਹੜੀ ਹੋਊਗੀ? ਸੈਮੀ ਬੈਰੀਅਰ। ਹਾਂ, ਜੇ ਤਾਂ ਹੋਗੀ ਬੈਰੀਅਰ, ਫੁੱਲ ਬੈਰੀਅਰ, ਫਿਰ ਹੋਗੀ 1 ਲਾਈਟ ਲੂਚੇ ਰੋਸਾ ਫੀਸਾ। ਜੇ 2 ਲਾਈਟਾਂ ਹੈਗੀਆਂ ਫਿਰ ਸੈਮੀ ਬੈਰੀਅਰ ਹੋਊਗਾ। ਸੈਂਸਾ ਬੈਰੀਅਰ ਚ ਵੀ 2 ਲਾਈਟਾਂ ਹੀ ਹੁੰਦੀਆਂ। ਤਾਂ ਇਹ ਗੱਲ ਠੀਕ ਹੈ। ਇਹ ਹੁਣ ਸੈਮੀ ਬੈਰੀਅਰ ਹੈ, ਤਾਂ ਕਰਕੇ 2 ਲਾਈਟਾਂ। ਜੇ 2 ਲਾਈਟਾਂ ਜਗਦੀਆਂ ਬੁਝਦੀਆਂ ਪਈਆਂ, ਲੰਪੇ ਜਾਂਦੀ ਮਤਲਬ ਜਗਦੀਆਂ ਬੁਝਦੀਆਂ ਪਈਆਂ, ਤਾਂ ਜ਼ਰੂਰੀ ਹੈ ਰੁਕਣਾ। ਕਿੱਥੇ ਰੁਕਣਾ? ਕਿੱਥੇ ਰੁਕਣਾ? ਹਾਂ, ਸਤਰੀਸ਼ਾ ਟ੍ਰਾਂਸਵਰਸਾਲੇ ਦੀ ਅਰੈਸਟੋ, ਯਾਨੀ ਕਿ ਸਤਰੀਸ਼ਾ ਦੀ ਅਰੈਸਟੋ ਤੇ ਜਿੱਥੇ ਸਟੋਪ ਵਾਲੀ ਲਾਈਨ ਹੈ, ਉਹ ਕਹੂਗਾ ਪਹਿਲੇ ਪਨੈਲੋ ਤੇ ਰੁਕ ਜਾਓ, ਦੂਸਰੇ ਤੇ ਰੁਕ ਜਾਓ। ਨਹੀਂ, ਉਹ ਸਤਰੀਸ਼ਾ ਦੀ ਅਰੈਸਟੋ ਤੇ ਰੁਕਣਾ ਹੈ। ਇਹ ਗੱਲ ਠੀਕ ਹੈ। 10ਵਾਂ ਸਵਾਲ il segnale raffigurato posto fuori dei centri abitati, ਸ਼ਹਿਰ ਤੋਂ ਬਾਹਰ ਲੱਗਿਆ ਹੋਵੇ, pronuncia una linea tranviaria non regolata da semaforo। ਕਿਉਂਕਿ ਇਹਦੇ ਵਿੱਚ ਸਾਰੇ ਨਾ ਨੋਨ ਰੈਗੂਲਾਤਾ ਦਾ ਸਮਾਂ, ਲਾਈਟਾਂ ਨਹੀਂ ਲੱਗੀਆਂ ਇੱਥੇ। ਇਹ ਤਾਂ ਸਿਰਫ ਟ੍ਰਾਮ ਦੀ ਟ੍ਰੇਨ ਵਿੱਚੋਂ ਕ੍ਰੋਸਿੰਗ ਆ ਗਈ, ਪਟਰੀ ਆ ਗਈ ਹੈ, ਲਾਈਟਾਂ ਨਹੀਂ ਲੱਗੀਆਂ। ਆ ਵੀ ਵਰਡ ਦਾ ਜਿੱਦਾਂ ਹਿੰਟ ਜਿਹਾ ਹੈਗਾ। ਸਾਰੇ ਸਵਾਲ ਨੋਨ ਰੈਗੂਲਾਤਾ ਦਾ ਸਮਾਫਰੋ, ਇਹ ਸਾਰੀ ਫੇਰ ਹੋਈ ਹੈ ਇਹਦੇ ਵਿੱਚ। ਟ੍ਰਾਮ ਦੀ ਲਾਈਨ ਆ ਗਈ, ਬਿਲਕੁਲ ਲਾਈਟਾਂ ਨਹੀਂ ਲੱਗੀਆਂ ਹੋਈਆਂ ਉੱਥੇ ਬਸ। ਤੇ ਇਹ ਗੱਲ ਹੋ ਗਈ ਹੈ। ਹਾਂ, ਹੁਣ ਕੀ ਹੋ ਗਿਆ? ਸਪਾਸੀਓ ਜਿਹੜੀ ਘਟ ਗਈ ਹੈ,
ਹੁਣ ਟਰਾਮ ਵੀ ਵਿੱਚ ਚੱਲਣ ਲੱਗ ਜੂਗੀ। ਜਿਹੜੀ ਉਹਦੀ ਲਾਈਨ ਹੈਗੀ ਹੈ ਨਾ, ਲੀਨੀਅਰ ਤ੍ਰਾਨਵਿਆਰੀਆ ਯਾਨੀ ਕਿ ਜਿਹੜੀ ਬਿਨਾਰੀ ਪਟਰੀ ਹੈਗੀ, ਉਹਦੇ ਉੱਪਰ ਸੋਚਤਾ ਫਿਰ ਮਾਤਾ ਨਹੀਂ ਕਰਨਾ, ਇੰਤਰਾਲਚਾਰੇ ਨਹੀਂ ਕਰਨਾ ਉਹਨੂੰ, ਤੇ ਬਸ ਬਾਕੀ ਤਾਂ ਉਹ ਆ ਰਹੀ ਹੈ ਤਾਂ ਧਿਆਨ ਨਾਲ ਹੁਣ ਜ਼ਿਆਦਾ ਧਿਆਨ ਕਰਨਾ ਪੈਣਾ, ਡਿਸਟਰਬ ਨਹੀਂ ਕਰਨਾ। ਹਾਂ, ਉਹਦੀ ਪਟਰੀ ਉੱਪਰ ਟ੍ਰਾਂਜ਼ਿਟ ਕਰ ਸਕਦੇ ਹਾਂ ਅਸੀਂ, ਸੋਚਤਾ ਫਿਰ ਮਾਤਾ ਨਹੀਂ। ਹਾਂਜੀ ਪਰ ਭਾਜੀ ਸੱਜੀ ਸਾਈਡ ਤੋਂ ਤਾਂ ਲੰਘ ਸਕਦੇ ਜੇ ਹਾਂਜੀ, ਟਰਾਮ ਦੇ ਸੱਜੀ ਸਾਈਡ ਚੋਂ ਆਪਾਂ ਚਲਦੀ ਚ ਤਾਂ ਲੰਘ ਹੀ ਸਕਦੇ ਹਾਂ, ਜਗ੍ਹਾ ਹੋਣੀ ਚਾਹੀਦੀ ਹੈ ਨਾ। ਦਸਤਰਾ ਤੋਂ ਸੁਰਪਾਸੋਂ ਕਰ ਸਕਦੇ ਚਲਦੀ ਟਰਾਮ ਦੇ, ਜਗ੍ਹਾ ਹੋਣੀ ਚਾਹੀਦੀ ਹੈ। ਹਾਂ, ਜੇ ਖੜੀ ਹੈ ਫਿਰ ਸਾਲਵਾ ਜੰਤੇ ਹੋਣੀ ਜ਼ਰੂਰੀ ਹੈ, ਤਾਂ ਦਸਤਰਾ ਤੋਂ ਸੁਰਪਾਸੋਂ ਕਰ ਸਕਦੇ ਜੇ ਸਾਲਵਾ ਜੰਤੇ ਅਜ਼ੀਜ਼ ਤੇ ਹੈਗੀ ਹੈ ਜਾਂ ਮਾਰਚਾ ਚ ਹੈਗੀ, ਬਸ ਡਰਾਈਵ ਕਰ ਰਹੀ ਹੈ। ਠੀਕ ਹੈ ਜੀ। 10ਵਾਂ ਸਵਾਲ ਹੋ ਗਿਆ। ਨੋਨ ਰੈਗੂਲਾਤਾ ਦਾ ਸਮਾਫੋਰ, ਬਸ ਦੇ ਲੈਟਾਂ ਨਹੀਂ ਲੱਗੀਆਂ ਇੱਥੇ ਕੋਈ ਵੀ, ਇਹ ਵੀ ਬੇਰੋ ਹੋ ਗਿਆ। Il segnale raffigurato è segnale di divieto, segnale di obbligo rotatoria ਹੈ ਨਾ। ਇਹਦੇ ਵਿੱਚ ਇੱਕ ਸਵਾਲ ਆ ਜਾਂਦਾ ਹੈ, ਕੀ ਆਂਦਾ ਹੈਗਾ ਵੀ ਇਹਦੇ ਵਿੱਚ ਫ੍ਰੇਚੇ ਨਾਲ ਇੰਡੀਕਾਟੋ ਕੀਤਾ ਹੁੰਦਾ ਹੈ। ਰੈਗੋਲਾਤੋ ਫ੍ਰੇਚੇ ਵਰਡ ਆਂਦਾ ਹੈ ਨਾ, ਇੰਡੀਕਾਟੋ ਦਾਲੇ ਫ੍ਰੇਚੇ, ਸੈਂਸੋ ਇੰਡੀਕਾਟੋ ਦਾਲੇ ਫ੍ਰੇਚੇ, ਐਦਾਂ ਕੁਝ ਤੀਰ ਬੜੇ ਲੱਗੇ ਹੁੰਦੇ ਰੋਤਾਤੋਰੀਆ ਦੇ ਵਿੱਚ, ਤਾਂ ਬਸ ਉਹ ਸਵਾਲ ਠੀਕ ਹੀ ਹੈਗੇ, ਤੀਰਾਂ ਦੇ ਨਾਲ ਇਹਨੂੰ ਅੰਦਰ ਕੰਟਰੋਲ ਕੀਤਾ ਹੁੰਦਾ। ਜਿਹੜੇ ਪਸਾਰੇ ਹੈ ਨਾ, ਉਹ ਐਦਾਂ ਕਰਕੇ ਸਾਈਨ ਲੱਗੇ ਹੁੰਦੇ। ਇੱਕ ਤਾਂ ਇਹ ਹੋ ਗਿਆ। ਇੱਕ ਸਵਾਲ ਇਹ ਵੀ ਆਂਦਾ ਵੀ ਇਹ ਸਾਈਨ ਲੱਗਿਆ, ਇਹ ਲੱਗਿਆ ਕਿੱਥੇ ਹੈ? ਉਹ ਕਹੂਗਾ ਚੈਂਤਰੋ ਚ ਤਾਂ ਨਹੀਂ ਲੱਗ ਸਕਦਾ, ਇੰਬੋਕੋ ਜਾਂ ਐਂਟਰ ਕਰਨਾ ਜਦੋਂ ਉਦੋਂ ਲੱਗਿਆ ਹੁੰਦਾ। ਇਸ ਤੋਂ ਪਹਿਲਾਂ 150 ਮੀਟਰ ਪਹਿਲਾਂ ਕਿਹੜਾ ਸਾਈਨ ਲੱਗਿਆ ਹੋਊਗਾ? ਰੋਤਾਤੋਰੀਆ ਦਾ 150 ਮੀਟਰ ਪਹਿਲਾਂ ਪੈਰੀਕੁਲੋ ਵਾਲਾ ਸਾਈਨ ਲੱਗਿਆ ਹੋਊਗਾ, 150 ਮੀਟਰ ਪਹਿਲਾਂ ਉਹ ਲੱਗਿਆ ਹੋਊਗਾ। ਇਹ ਬਿਲਕੁਲ ਵੜਨ ਵੇਲੇ। ਫਿਰ ਪਹਿਲ ਕਿਹਨੂੰ ਦੇਣੀ ਹੈ? ਪਹਿਲ ਦੇਣੀ ਹੈ, ਜੇ ਤਾਂ ਇਦਾਂ ਹੀ ਲਿਖਿਆ ਆ ਸਾਈਨ ਲੱਗਿਆ ਤਾਂ ਪਹਿਲ ਦੇਣੀ ਹੈ ਸੱਜੇ ਪਾਸੇ ਨੂੰ। ਖੱਬੇ ਪਾਸੇ ਨੂੰ ਪਹਿਲ ਕਦੋਂ ਦੇਣੀ ਹੈ? ਜਦੋਂ ਉੱਥੇ ਕੀ ਲੱਗਿਆ? ਹਾਂ, ਜੇ ਦਾਰੇ ਪ੍ਰੈਜ਼ੀਡੈਂਸ ਲੱਗਿਆ ਫੇਰ ਹੀ ਖੱਬੇ ਪਾਸੇ, ਤੇ ਉਹ ਹਮੇਸ਼ਾ ਲੱਗਿਆ ਹੀ ਹੁੰਦਾ। ਦੇਖੋ ਨਾਲ ਇਹਦੇ ਇਕੱਲਾ ਸਾਈਨ ਨਹੀਂ ਹੋਊਗਾ, ਇਹਦੇ ਉੱਪਰ ਦਾਰੇ ਪ੍ਰੈਜ਼ੀਡੈਂਸ ਵਾਲਾ ਸਾਈਨ ਲੱਗਿਆ ਹੋਊਗਾ, ਤਾਂ ਧਿਆਨ ਰੱਖਿਓ। ਜਦੋਂ ਅੰਦਰ ਬਾੜ ਜੋ ਫੇਰ ਵੀ ਇੱਕ ਦੂਏ ਨੂੰ ਪਹਿਲ ਦੇਣੀ, ਏਦਾਂ ਵੀ ਕੋਈ ਇਹ ਏਦਾਂ ਹੈਗਾ ਵੀ ਜਿਹੜੇ ਇਹ 'ਚ ਕਾਨੂੰਨ ਇਹ ਹੈ ਵੀ ਏਦਾਂ ਕਹਿੰਦੇ ਕੰਟਰੋਲ, ਏਦਾਂ ਇਹਦੇ ਵਿੱਚ ਏਦਾਂ ਡਿਸਿਪਲਿਨ ਕੀਤਾ ਜਾਂਦਾ ਕਿ ਵੀਕੋਲੀ ਜਿਹੜੇ ਐਂਤਰਾਤਾ ਕਰ ਰਹੇ ਆ ਉਹ ਦਿੰਦੇ ਆ ਪਹਿਲ, ਜਾਂ ਚਿਰਕੁਲਾਂਤੀ ਜਿਹੜੇ ਚਿਰਕੁਲਾਰੇ ਕਰ ਰਹੇ ਆ, ਵਿੱਚ ਵੜਨ ਵਾਲੇ ਨੇ ਪਹਿਲ ਦੇਣੀ ਹੈ। ਵੜਨ ਵੇਲੇ ਤੁਹਾਡਾ ਫਰਜ਼ ਹੈ, ਜਦੋਂ ਵੜ ਗਏ ਫੇਰ ਤੁਸੀਂ ਨਹੀਂ ਵਿਚਾਲੇ ਰੋਕ ਕੇ ਪਹਿਲ ਦੇਣ ਲੱਪਣਾ ਵੀ ਤੂੰ ਆ ਜਾ, ਨਹੀਂ। ਜਾਂ ਚਿਰਕੁਲਾਂਤੀ ਨੂੰ ਪਹਿਲ ਦਿੰਦੇ ਆ ਜਿਹੜੇ ਐਂਟਰ ਕਰਨ ਵਾਲੇ ਆ। ਵੀਕੋਲੀ ਇਨ ਐਂਤਰਾਤਾ ਦਿਆਨੋ ਲਾ ਪ੍ਰੈਸੀਡੈਂਸਾ quelli che già circolanti nel anello, ਇਦਾਂ ਆਂਦਾ ਨਾ ਸਵਾਲ ਇੱਕ, ਉਹ ਸਵਾਲ ਠੀਕ। ਵੜਨ ਵੇਲੇ ਪਹਿਲ ਦੇਣੀ ਹੈ, ਵੜ ਕੇ ਫੇਰ ਨਹੀਂ ਰੁਕ ਜਾਣਾ ਵਿੱਚ। ਓਵਰਟੇਕ ਕੋਈ ਨਹੀਂ, ਓਵਰਟੇਕ ਖੱਬਿਓ ਸੱਜਿਓ ਕਰ ਲਓ, ਓਵਰਟੇਕ ਨਹੀਂ ਕਰੋ ਇਹਦੇ ਵਿੱਚੋਂ, ਹੈ ਨਾ, ਰੋਤਾਤੋਰੀਆ 'ਚ। ਤੇ ਬਾਕੀ ਇਹਦਾ ਹੋ ਗਿਆ, ਉਹ ਧਿਆਨ ਰੱਖਿਓ। ਨੋਰਮਲ ਜੇ ਕੱਲਾ ਸਾਈਨ ਹੈ ਏਦਾਂ ਕਹੂਗਾ ਦੇਵੇਦਾਰੀ ਪ੍ਰੈਜ਼ੀਡੈਂਸ ਦੈਸਤਰਾ, ਉਹ ਸਹੀ ਹੈ ਸਵਾਲ, ਕਿਉਂਕਿ ਕੱਲਾ ਜੇ ਲਿਖਿਆ। ਸਨਿਸਤਰਾ 'ਚ ਏਦਾਂ ਕਰਨਾ, ਸਨਿਸਤਰਾ ਵੀ ਕਹਿ ਦਿੰਦਾ ਤਾਂ ਗਲਤ ਹੈ। ਜੇ ਸਨਿਸਤਰਾ ਦੇ ਨਾਲ ਕਹੂਗਾ ਦਾਰੇ ਪ੍ਰੈਚੀਡੈਂਸਾ ਹੈਗਾ, ਫੇਰ ਹੀ ਸਨਿਸਤਰਾ ਨੂੰ ਪਹਿਲ ਦੇਣੀ, ਤੇ ਉਹ ਹੁੰਦਾ ਹੀ ਹੈ। ਤੇ ਇਹ ਤੁਹਾਡੇ ਧਿਆਨ ਆ ਗਿਆ ਹੋਣਾ। ਸੈਨਾਲੇ ਸਿਰਫ ਦਿਵੇਤੋ ਦਾ ਨਹੀਂ, ਓਬਲੀਗੋ ਦਾ ਤਾਂ ਫਾਲਸੋ ਹੋਏਗਾ। Nella carreggiata a doppio senso di circolazione come in figura, striscia di mezzo divide la strada in due carreggiate, ognuna ha 2 corsie। हाँ जी, जे बस हाँ, 2 करे जाते ਤਾਂ ਜਦ ਤੱਕ ਹਰੀ ਲਾਈਨ ਨਹੀਂ ਆ ਜਾਂਦੀ, ਡਿਵਾਈਡਰ ਨਹੀਂ ਆ ਜਾਂਦਾ, ਇੱਕੋ करे जाता ਹੋ ਗਿਆ, ਹੈ ਨਾ। ਤਾਂ ਇੱਥੋਂ ਹੀ ਗਲਤ ਹੋ ਗਿਆ। ਅੱਛਾ, ਸਟ੍ਰੀਸ਼ਾ ਦੀ ਮੈਜ਼ੋ, ਜਿਹਨੂੰ ਸਟ੍ਰੀਸ਼ਾ ਚੈਂਟਰਾਲੇ ਵੀ ਕਹਿ ਦਿੰਦੇ ਆ, ਇਹ ਸਟ੍ਰੀਸ਼ਾ ਨੂੰ ਹੋਰ ਵੀ ਕਹਿੰਦੇ ਸਟ੍ਰੀਸ਼ਾ ਕੇ ਸੇਪਾਰਾ ਈ ਸੈਂਸੀ ਦੀ ਮਾਰਚਾ, ਇਹਦੇ ਵੀ ਕਹਿੰਦੇ ਨਾ। ਸੈਂਸੀ ਦੀ ਮਾਰਚਾ ਮਤਲਬ ਆਣਾ ਜਾਣਾ, ਯਾਦ ਕਰ ਲਓ ਬਸ, ਸੈਂਸੀ ਦੀ ਮਾਰਚਾ ਆਣਾ ਜਾਣਾ। ਤਾਂ ਸਟ੍ਰੀਸ਼ਾ ਕੇ ਜਿਹੜੀ ਸੈਂਸੀ ਦੀ ਮਾਰਚਾ ਡਿਵਾਈਡ ਕਰਦੀ ਆ ਉਹ ਸੈਂਟਰ ਵਾਲੀ ਹੁੰਦੀ ਹੈ। ਬਾਹਰ ਵਾਲੀਆਂ ਲੈਣਾ ਕਿਹੜੀਆਂ? ਸਟ੍ਰੀਸ਼ੇ ਦੀ ਮਾਰਜਿਨੇ, ਕਿਨਾਰੀ ਵਾਲੀਆਂ ਲੈਣਾ, ਉਹ ਆਪਾਂ ਘੱਟ ਹੀ ਦੇਖਦੇ ਹਾਂ, ਸੈਂਟਰ ਵਾਲੀ ਜ਼ਿਆਦਾ ਦੇਖਣਾ ਹੁੰਦਾ ਹੈ ਓਵਰਟੇਕ ਵੇਲੇ। ਹੁਣ ਓਵਰਟੇਕ ਵਾਸਤੇ ਅਸੀਂ ਦੂਸਰੇ ਪਾਸੇ ਵੀ ਜਾ ਸਕਦੇ ਹਾਂ, ਬਾਕੀ ਗੱਲਾਂ ਦਾ ਧਿਆਨ ਕਰਕੇ। ਇਹ ਤਾਂ ਕਹਾਂਗੇ ਨਾ, ਤਾਂ ਇਹ 2 करे जाते ਤੋਂ ਗਲਤ ਹੋ ਗਿਆ, ਇੱਕੋ ਹੀ करे जाता ਹੈ, ਫਾਲਸੋ ਸਵਾਲ। 13ਵਾਂ ਸਵਾਲ, Il delineatore raffigurato viene usato nei passaggi a livello quando le barriere sono guaste। ਫਾਲਸੋ। ਹਾਂਜੀ, ਯੂਜ਼ ਕੀਤਾ ਜਾਂਦਾ ਪਸਾਜੋ ਲੈਵਲ 'ਚ ਨਹੀਂ। ਕਿੱਥੇ ਯੂਜ਼ ਕੀਤਾ ਜਾਂਦਾ ਇਹ? ਕੂਰਵੇ ਦੇ ਉੱਪਰ, ਬਿਲਕੁਲ ਕੂਰਵੇ ਦੇ ਉੱਪਰ।
ਕਹਿੰਦੇ ਨਾ ਸੈਰੀਏ ਦੀ ਐਲੀਮੈਂਤੀ ਸੀਰੀਜ਼ ਲੜੀ ਹੁੰਦੀ, ਇੱਕ ਨਹੀਂ ਲਾਇਆ ਹੁੰਦਾ, 10 12 15 ਜ਼ਿਆਦਾ ਜਿੰਨੇ ਵੀ ਹੋ ਸਕਦੇ, ਜਿੰਨਾ ਲੰਬਾ ਮੋੜ ਹੈ ਉਨੇ ਹੋਊਗਾ। ਸੈਰੀਏ ਦੀ ਐਲੀਮੈਂਤੀ ਬਸ ਕੂਰਵੇ ਦੇ ਉੱਪਰ। ਇਸ ਤੋਂ ਪਹਿਲਾਂ ਪੈਰੀਕੋਲੋ ਦਾ ਸਾਈਨ ਲੱਗਿਆ ਹੋਊਗਾ 150 ਮੀਟਰ ਪਹਿਲਾਂ। ਇਹ ਜਿਹੜਾ ਬਿਲਕੁਲ ਕੂਰਵੇ ਦੇ ਉੱਪਰ ਹੀ ਲੱਗੇ ਹੁੰਦੇ ਆ। ਤੇ ਬਸ ਇਹ ਕੰਪਲੀਮੈਂਟਰੀ ਸਾਈਨ ਹੋ ਗਏ ਨਾ, ਕੰਪਲੀਮੈਂਟਰੀ ਸਾਈਨ ਚ ਆ ਜਾਂਦੇ ਆ। ਅੱਛਾ, ਜਦੋਂ ਬੈਰੀਅਰ ਤੁਹਾਨੂੰ ਗਵਾਸਤੇ, ਬੈਰੀਅਰ ਖਰਾਬ ਹੋ ਜਾਣ, ਫਿਰ ਉੱਥੇ ਕੀ ਲਾ ਸਕਦੇ ਹੋ? ਪਸਾਜੋ ਲਿਵੈਲੋ ਚ ਜਦੋਂ ਬੈਰੀਅਰ ਹੀ ਖਰਾਬ ਹੋ ਜਾਏ ਫਿਰ ਕੀ ਲਾਓਗੇ ਉੱਥੇ? ਉੱਤੇ ਜਿਹੜੀ ਲਾਲ ਰੰਗ ਦੀ ਪੱਟੀ ਨੀ, ਲਾਲ ਹਾਂ, ਉਹਨਾਂ ਨੂੰ ਕਹਿੰਦੇ ਕਿ ਕਾਵਾਲੇਤੀ ਬਸ। ਹਾਂ, ਜਦੋਂ ਕਾਵਾਲੇਤੀ ਜਾਂ ਕਿ ਇਦਾਂ ਕੁਝ ਆ ਜਾਂਦਾ, ਉਹਦੇ ਨਾਲ ਬਲੋਕ ਕੀਤਾ ਹੈ ਤਾਂ ਵੀ ਤਾਂ ਰੁਕਣਾ ਹੀ ਆ। ਉਹ ਕਹੂਗਾ ਜੇ ਉਹਦੇ ਨਾਲ ਹੈਗਾ ਤਾਂ ਤੁਸੀਂ ਜਾ ਸਕਦੇ। ਕਾਵਾਲੇਤੀ ਨਾਲ ਜੇ ਬਲੋਕ ਕੀਤਾ ਜਦੋਂ ਬੈਰੀਅਰ ਖਰਾਬ ਹੋ ਗਿਆ ਤਾਂ ਵੀ ਤਾਂ ਰੁਕਣਾ ਹੀ ਪਊਗਾ। ਤਾਂ ਉਹ ਤੁਹਾਨੂੰ ਯਾਦ ਆ ਗਿਆ। ਅੱਛਾ, ਕਾਵਾਲੇਤੀ ਦੇ ਉੱਪਰ ਲਾਲ ਲਾਈਟ ਲੂਚੇ ਰੋਸਾ ਫੀਸਾ ਕਾਵਾਲੇਤੀ ਤੇ ਜਿੱਥੇ ਕੰਮ ਚੱਲਦਾ ਉੱਥੇ ਲਾ ਸਕਦੇ ਆ। ਸਵਾਲ ਆਂਦਾ ਕਿ ਚਲੋ ਉਧਰ ਨਾ ਜਾ, ਤਾਂ ਪਸਾਜੋ ਲਿਵੈਲ ਤਾਂ ਹੋ ਨਹੀਂ ਸਕਦਾ, ਸਵਾਲ ਗਲਤ ਹੋ ਗਿਆ। In un secondo si percorrono circa metri 15 se si viaggia a 130। also ਹਾਂ, ਕਿੰਨਾ ਹੋਣਾ ਚਾਹੀਦਾ ਸੀ 130 ਦੇ? 9 90 36 90 ਤਾਂ ਹੋਊਗਾ 30 ਤੇ ਗੱਲੇ ਤੇ। ਹਾਂ ਠੀਕ ਹੈ। ਹਾਂ, ਕੋਈ ਗੱਲ ਨਹੀਂ, ਲੱਗ ਜਾਂਦਾ ਭਲੇਖਾ ਕਾਲੇ ਚ। ਇਹ 15 ਤਾਂ ਹੋ ਨਹੀਂ ਸਕਦਾ, ਤਾਂ ਸਵਾਲ ਹੋ ਗਿਆ ਗਲਤ। 500 ਇਹ 1 ਸੈਕਿੰਡ, ਇਹਨੂੰ ਉਦਾਂ ਕੀ ਕਹਿੰਦੇ? ਕੀ ਹੁੰਦਾ 1 ਸੈਕਿੰਡ ਦਾ? ਟੈਂਪੋ ਦੀ ਰਿਐਕਸੀਓਨੇ, ਜਿਹਨੂੰ ਕਹਿੰਦੇ ਰਿਐਕਸ਼ਨ ਟਾਈਮ। ਇਹ ਕਿਹਦੇ ਨਾਲ ਕਿਤੇ ਡਿਪੈਂਡ ਕਰਦਾ? ਜਿਹੜਾ ਟੈਂਪੋ ਦੀ ਰਿਐਕਸੀਓਨੇ ਸਪੀਡ ਤੇ ਡਰਾਈਵਰ ਦੀ ਰਿਫਲੈਕਸੀ ਚੁਸਤੀ ਦੇ ਉੱਪਰ। ਟੈਂਪੋ ਦੀ ਰਿਐਕਸ਼ਨ ਟਾਈਮ ਜਿਹੜਾ ਹੁੰਦਾ ਉਹਦਾ ਆਮ ਤੌਰ ਤੇ 1 ਸਕਿੰਟ ਦਾ ਹੁੰਦਾ, ਪਰ ਇਹ ਵੱਧ ਘਟ ਸਕਦਾ ਜੇ ਹੁਣ ਡਰਾਈਵਰ ਹੈ ਹੀ ਸੁਸਤ ਹੈ, ਥੱਕਿਆ ਹੋਇਆ ਹੈ, ਤੇ ਉਹ ਮਤਲਬ ਫਿਰ ਜ਼ਿਆਦਾ ਟਾਈਮ ਉਹਦਾ ਰਿਐਕਸ਼ਨ ਟਾਈਮ ਵੱਧ ਜਾਊਗਾ। ਤਾਂ ਚਲੋ, ਇਹ ਸਿਰਫ ਦੋ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਉਸ ਤੋਂ ਬਾਅਦ ਬ੍ਰੇਕ ਲੱਗਣੀ ਹੈ। 15ਵਾਂ ਸਵਾਲ, secondo le norme di precedenza, ਕਾਨੂੰਨ ਦੇ ਹਿਸਾਬ ਨਾਲ nell'incrocio in figura veicoli passano nell'ordine RAC। ਵੇਰੋ RAC ਬਸ ਸਹੀ ਹੈ, ਯਾਦ ਹੀ ਏਦਾਂ ਹੀ ਹੈ ਨਾ। 15ਵਾਂ ਵੇਰੋ। 16 in una zona in cui la sosta è regolata con parchimetro non occorre utilizzarlo se sosta è di breve durata। also ਬਿਲਕੁਲ ਸਹੀ ਹੈ। ਜੇ ਸੋਚਤਾ ਥੋੜੀ ਦੇਰ ਦਾ ਹੈ ਪਰ ਸੋਚਤਾ ਤਾਂ ਹੈਗਾ ਹੀ ਹੈ, ਇਹ ਕਹਿੰਦਾ ਨਾ ਯੂਜ਼ ਕਰੋ ਪਰਚੀ। ਨਹੀਂ, ਪਰਚੀ ਤਾਂ ਲਾਣੀ ਪਊਗੀ, ਚਾਹੇ ਤੁਹਾਨੂੰ 15 ਮਿੰਟ ਵੀ ਰੁਕਣਾ ਪੈ ਗਿਆ, ਸੋਚਤਾ ਤਾਂ ਸੋਚਤਾ ਹੀ ਹੈ। ਹਾਂ, ਜੇ ਫਿਰਮਾਤਾ ਇੱਕ ਸਵਾਲ ਲਿਖਿਆ ਹੋਇਆ, ਜੇ ਤੁਸੀਂ ਰੁਕਦੇ ਹੈ, ਫਿਰਮਾਤਾ ਕਰਦੇ ਆ, ਫਿਰ ਉਹਨੂੰ ਉਤਾਰਨ ਵਾਸਤੇ, ਸਵਾਰੀ ਨੂੰ ਉਤਾਰਨ ਜਾਂ ਚੜਾਉਣ ਵਾਸਤੇ, ਫਿਰ ਯੂਜ਼ ਨਾ ਕਰੋ। ਫਿਰ ਸਵਾਲ ਠੀਕ ਹੈ ਨਾ? ਜੇ ਅਸੀਂ ਸਵਾਰੀ ਲਾਣੀ ਹੈ ਤੇ ਜਾਣਾ ਹੈ, ਫਿਰ ਪਰਚੀ ਯੂਜ਼ ਨਾ ਕਰੋ। ਸਵਾਲ ਠੀਕ ਹੋਊਗਾ? also ਫਿਰ ਵੀ ਕਿਉਂਕਿ ਆਪਾਂ ਰੋਕ ਨਹੀਂ ਸਕਦੇ ਜਿੱਥੇ ਹੁੰਦਾ ਹੈ। ਨਹੀਂ, ਫਿਰਮਾਤਾ ਕਰ ਸਕਦੇ ਉੱਥੇ ਆਪਾਂ, ਓਕੇ ਜਿੱਥੇ ਆਪਾਂ ਪਰਕੇਜੋ ਮੁੱਲ ਵਾਲੀ ਪਰਕੇਜੋ ਹੈ ਉੱਥੇ ਤੁਸੀਂ ਸਵਾਰੀ ਲਾਈ ਚੱਲ ਗਏ, ਫਿਰ ਯੂਜ਼ ਨਾ ਕਰੋ। ਜੇ ਕੀ ਕਹਿੰਦੇ ਫਿਰਮਾਸੀ ਸੁਲਤਾਨਤੋ ਫਿਰ ਕੀ ਕਹਿੰਦੇ ਸਲੀਰੇ ਹੈ ਨਾ, ਏਦਾਂ ਕੁ ਸਵਾਲ ਆਉਂਦਾ। ਗੱਲ ਤਾਂ ਨਹੀਂ ਹੈ ਨਾ ਭਾਜੀ, ਫਿਰ ਉਹਦੇ ਵਿੱਚ ਹਾਂ, ਫਿਰ ਗਲਤ ਹੋ ਜਾਂਦਾ। ਨਹੀਂ, ਜੇ ਨਾ ਯੂਜ਼ ਕਰੋ, ਹਾਂ ਨਾ ਯੂਜ਼ ਕਰੋ, ਤੇ ਫਿਰ ਉਹ ਸਹੀ ਹੈ ਗੱਲ। ਜੇ ਤੁਸੀਂ ਸਿਰਫ ਰੁਕਦੇ ਹੈ ਫਿਰਮਾਤਾ ਕਰਨ ਵਾਸਤੇ, ਫਿਰ ਨਹੀਂ ਲਾਣੀ ਪਰਚੀ। ਫਿਰਮਾਤੇ ਦੀ ਕਾਹਦੀ ਪਰਚੀ ਲਾਣੀ? ਹਾਂ, ਸੋਚਤਾ ਉਤਰ ਕੇ ਤੁਸੀਂ ਬੰਦ ਕਰਕੇ ਗੱਡੀ ਜਿੱਦਾਂ ਚਾਹੇ 5 ਮਿੰਟ ਵਾਸਤੇ ਵੀ ਗਏ ਤਾਂ ਤੁਹਾਨੂੰ ਲਾਣੀ ਪਊਗੀ। ਵਿੱਚ ਗੱਡੀ 'ਚ ਬੈਠੇ ਆ ਫਿਰ ਥੋੜੀ ਲਾਣੀ। ਤਾਂ ਨੋ ਕੋਰੀ ਉਤਲੀਜ਼ਾਰ ਲਓ। ਜੇ ਫਿਰਮਾਤਾ ਕਰਨਾ ਹੈ ਫਿਰ ਸਹੀ ਹੈ ਸਵਾਲ, ਠੀਕ ਹੈ ਨਾ? ਉਹ ਵੀ ਸਵਾਲ ਹੈਗਾ। ਤਾਂ ਸੋਚਤਾ ਕਰਕੇ ਨਾ ਯੂਜ਼ ਕਰੋ, ਫਿਰ ਤਾਂ ਗਲਤ ਹੋ ਗਿਆ। ਕਲੀਅਰ ਹੈ ਨਾ ਗੱਲ? ਦੱਸ ਦਿਓ ਜੇ ਨਾ ਲੱਗਾ। ਅੱਛਾ, ਜੇ ਤੁਹਾਨੂੰ ਯਾਦ ਆਂਦਾ conducente può tarare, tarare ਮਤਲਬ ਪੜ੍ਹ ਲਓ, ਅੱਗੇ ਚਲੋ। con opposito comando velocità minima di urto al di sopra della quale far attivare airbag। ਫਾਲਸੋ ਬਿਲਕੁਲ ਸਹੀ ਹੈ, ਬਾਕੀਆਂ ਦਾ ਵੀ ਸਹੀ ਹੈ। ਤਰਾਰੇ ਹੁੰਦਾ ਸੈੱਟ ਕਰਨਾ, ਸੈਟਿੰਗ ਕਰਨਾ। conducente ਸੈਟਿੰਗ ਕਰ ਸਕਦਾ ਹੈ। ਆਪਾਂ ਕਹਿੰਦੇ ਸੈਟਿੰਗ ਕਰ ਹੀ ਨਹੀਂ ਸਕਦਾ ਕੋਈ, ਆਪਾਂ ਜਿੱਦਾਂ ਕਿ ਛੇੜਛਾੜ ਹੀ ਹੋ ਗਈ ਇੱਕ ਤਰ੍ਹਾਂ ਦੀ। ਸੈਟਿੰਗ ਕਰ ਸਕਦਾ ਇੱਕ ਸਪੈਸ਼ਲ ਬਟਨ ਦੇ ਨਾਲ
ਸਪੀਡ ਮਿਨੀਮਮ ਟੱਕਰ ਦੀ ਜਿਹਦੇ ਉੱਪਰ ਜਾ ਕੇ ਫਾਰਤੀ ਵਾਰੇ 에ਅਰਬੈਗ ਐਕਟਿਵੇਟ ਹੋ। ਨਹੀਂ, ਚਾਹੇ ਖੜੀ ਗੱਡੀ 'ਚ ਵੀ, ਗੱਡੀ ਸਟਾਰਟ ਹੈ ਖੜੀ ਵੀ ਹੈ, ਜ਼ੋਰ ਦੀ ਟੱਕਰ ਹੁੰਦੀ ਹੈ ਤਾਂ ਉਹ ਖੁੱਲ ਜਾਣਾ ਹੈ। ਹਾਂ, ਗੱਡੀ ਸਟਾਰਟ ਹੋਵੇ ਜਾਂ ਚਾਬੀ ਲੱਗੀ ਹੋਵੇ ਤਾਂ ਉਹ ਸੈਂਸਰ ਸਮਝ ਜਾਂਦੇ ਕਿ ਬੰਦਾ ਵਿੱਚ ਬੈਠਾ ਹੈ। ਹਾਂ, ਬੰਦ ਗੱਡੀ ਹੈ, ਚਾਬੀ ਵਿੱਚ ਲੱਗੀ ਨਹੀਂ ਹੋਈ ਤਾਂ ਉਹ ਨਹੀਂ ਖੁੱਲਦਾ, ਕਿਉਂਕਿ ਸੈਂਸਰ ਨੂੰ ਪਤਾ ਬੰਦਾ ਤਾਂ ਵਿੱਚ ਹੈ ਨਹੀਂ। ਫਿਰ ਉਹ ਇੰਨਾ ਕੁ ਮਹਿੰਗਾ ਹੁੰਦਾ ਵੀ ਉਸ ਟਾਈਮ ਹੀ ਖੁੱਲੇ ਜਦੋਂ ਜ਼ੋਰਦਾਰ ਐਕਸੀਡੈਂਟ, ਮਾੜੇ ਜੀ ਕਿਤੇ ਘਰੀਟ ਲੱਗੀ ਫਿਰ ਨਹੀਂ ਖੁੱਲਦਾ। ਅਸੀਂ ਸੈੱਟ ਕਰ ਸਕਦੇ ਹਾਂ ਇੱਕ ਸਪੀਡ ਵੀ ਇਸ ਸਪੀਡ ਤੋਂ ਜਾ ਕੇ ਖੁੱਲੇ। ਨਹੀਂ, ਖੜੀ ਗੱਡੀ 'ਚ ਵੀ ਖੁੱਲ ਸਕਦਾ ਹੈ ਬਸ਼ਰਤੇ ਕਿ ਚਾਬੀ ਲੱਗੀ ਹੋਵੇ ਜਾਂ ਸਟਾਰਟ ਹੋਵੇ। ਤਾਂ ਸੈਟਿੰਗ ਕਰ ਸਕਦਾ ਪੋਤਰਾਰੇ, ਨਹੀਂ ਕਰ ਸਕਦੇ ਆਪਾਂ। 17ਵਾਂ ਸਵਾਲ ਗਲਤ। 18ਵਾਂ su strade coperte di neve, occorre chi ਕਰੋ montare pneumatici per neve su tutte le ruote oppure या catene sulle ruote motrici। ਆਲਸੋ ਬਾਰੇ ਕਿਉਂ? ਬਰਫ ਵਾਲਾ ਰੋਡ ਹੈ, ਮੋਂਤਾਰੇ ਪਨੇਮਾਚੀ ਦੀ ਨੇਵੇ ਜਿਹੜੇ ਇਨਵਰਨਾਲੀ ਕਹਿੰਦੇ ਜਿਹਨਾਂ ਨੂੰ, ਸਾਰੇ ਟਾਇਰਾਂ ਤੇ ਪਾ ਲਓ, ਜਾਂ ਸੰਗਲ ਰੋਤੇ ਮੋਤਰੀਸ਼ੀ ਤੇ ਪਾ ਲਓ। ਸਹੀ ਹੈ ਨਾ? ਹਾਂ, ਏਦਾਂ ਹੀ ਕਰਨਾ ਹੈ ਤੇ ਬਿਲਕੁਲ ਸਹੀ ਗੱਲ ਹੈ। ਜਿਹੜੇ ਰੋਤੇ ਕਿਉਂ ਦਾਤੇ ਹੁੰਦੇ ਮਿੱਖਾਂ ਵਾਲੇ, ਉਹ ਜਿੱਥੇ ਬਹੁਤ ਜ਼ਿਆਦਾ ਬਰਫ਼ ਉੱਥੇ ਪਾਉਂਦੇ, ਉਹ ਵੀ ਚਾਰਾਂ ਤੇ ਹੀ ਪਾਣੇ ਪੈਂਦੇ ਆ, ਪਰ ਉਹਨਾਂ ਦਾ ਟਾਈਮ ਪੀਰੀਅਡ ਲਿਮਟਿਡ ਹੁੰਦਾ, ਲਿਮਿਟਾਟਾਮੈਂਟੇ, ਲਿਮਟਿਡ ਪੀਰੀਅਡ ਹੁੰਦਾ ਉਹਦਾ। ਕਿੰਨੇ ਨਵੰਬਰ ਤੋਂ 15 ਨਵੰਬਰ ਤੋਂ 15 ਮਾਰਚ ਤੱਕ। ਸਿਰਫ ਉਹ ਠੰਡ ਵਾਲੇ ਟਾਇਰ ਚਾਹੇ ਸਾਰਾ ਸਾਲ ਵੀ ਪਾ ਰੱਖੋ ਚਾਹੇ ਤੁਸੀਂ, ਪਰ ਜਿਹੜੇ ਕਿਉਂ ਦਾਤੀ ਹੈ ਮਿੱਖਾਂ ਜੀ ਲੱਗੀਆਂ ਹੁੰਦੀਆਂ ਉਹ ਤਾਂ ਸਿਰਫ ਲਿਮਟਿਡ ਟਾਈਮ 'ਚ ਹੀ ਪਾ ਸਕਦੇ ਆ। ਤਾਂ ਉਹਦੇ ਵੀ ਸਵਾਲ ਆਪਣੇ ਇੱਦਾਂ ਕਰਕੇ ਇੱਕ ਦੋ ਵੇਰੋ ਹੈ, ਇੱਕ ਦਾ ਫਾਲਸ ਹੋਵੇਗਾ। ਠੰਡ ਵਾਲੇ ਟਾਇਰ ਦਾ ਹੀ ਪਤਾ ਲੱਗ ਗਿਆ। ਇਹ ਹੋ ਗਿਆ ਵੇਰੋ, ਸਾਰੀ ਗੱਲਾਂ ਠੀਕ ਹੈ। È vietato gettare oggetti e rifiuti dai veicoli in movimento। ਬਿਲਕੁਲ ਸਹੀ ਹੈ। ਮਨਾ ਹੈ ਥਰੋ ਕਰਨਾ ਸਮਾਨ ਕਚਰਾ ਗੱਡੀ ਚੱਲਦੀ ਚੋਂ। ਗੱਲ ਠੀਕ ਹੈ। ਜਿੱਦਾਂ ਉਹ ਸਿਗਰਟ ਦੀਆਂ ਚੀਜ਼ਾਂ ਹੈ ਨਾ, ਕਾਰਤਾ, ਸਭ ਕੁਝ ਹੀ ਮਨਾ ਹੈ। डिपोजिटारे, जितारे, लांचारे, सब थ्रो करना ही है। खड़ी गड्डी चो भी ना सिटो, चलदी चो तो की सिटना है। चलदी गड्डी च किसी पर कहते, खास करके मोटरसाइकिल वाले नूं ज्यादा खतरा हुंदा है। ये सारी गल्लां ठीक है, मना है थ्रो करना समान। ਉਹੀ ਸਵਾਲ ਦੇਖੋ, ਦੋ ਹੀ ਸੇਮ ਸਵਾਲ ਹੈ। è consentito lanciare la carta del finestrino। allowed है थ्रो करना, lanciare, gettare, depositare, ਸਭ ਇੱਕ ਵਰਡ ਆਪਾਂ ਪ੍ਰੋਤਾਰੇ ਪੜਿਆ ਸੀਗਾ। ਜੇ ਤੁਸੀਂ ਬੈਲਟ ਨਹੀਂ ਲਾਈ ਤਾਂ ਤੁਸੀਂ ਪ੍ਰੋਤਾਰੇ ਹੋ ਸਕਦੇ ਆ, ਗੱਡੀ ਤੋਂ ਬਾਹਰ ਥਰੋ ਹੋ ਸਕਦੇ। ਪ੍ਰੋਤਾਰੇ ਵੀ ਥਰੋ ਹੀ ਹੈ। ਤਾਂ ਅਲਾਉਡ ਹੈ ਥਰੋ ਕਰਨਾ, ਕਰਤਾ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਫਾਲਸ। ਦੇਖੋ ਸੇਮ ਜੇ ਸਵਾਲ ਹੀ ਆ ਗਏ ਤਾਂ ਉੱਥੇ ਕੋਈ ਇਹ ਨਹੀਂ ਹੈ ਪੈਟ ਵੀ ਆਹੀ ਸਕੈਦਾ ਆਣਾ ਜਾਂ ਉਹੀ ਆਣਾ। ਕੋਈ ਸਵਾਲ ਕਿਤੋਂ ਵੀ ਇੱਕ ਸਾਈਨ ਦੇ ਵੀ ਦੋ ਸਵਾਲ ਆ ਸਕਦੇ ਆ, ਤਾਂ ਸੌਖੇ ਸੌਖੇ ਸਵਾਲ ਵੀ ਹੈਗੇ। ਚਲੋ, il segnale raffigurato vieta il transito alle cisterne vuote। cisterne vuote ਖਾਲੀ ਟੈਂਕਰ ਨੂੰ ਮਨਾ ਹੈ ਟ੍ਰਾਂਜ਼ਿਟ। ਖਾਲੀ ਟੈਂਕਰ ਨੂੰ ਮਨਾ ਨੀਗਾ। ਜਿਹੜੇ ਇਨਾਫੀਅਤਰੀਸ਼ੀ ਹੁੰਦੇ ਆ ਗੱਡੀਆਂ ਤੋਂ, ਸੜਕ ਧੋਣ ਵਾਲੀਆਂ ਜਿਹੜੀਆਂ ਗੱਡੀਆਂ ਇਨਾਫੀਅਤਰੀਸ਼ੀ ਇਸ ਤਰ੍ਹਾਂ ਦਾ ਲਈ, ਉਹਨਾਂ ਨੂੰ ਵੀ ਨਹੀਂ ਮਨਾ। ਮਨਾ ਕਿਹਨਾਂ ਨੂੰ ਹੈ? ਜਿਹੜੇ ਕੀ ਕਰ ਸਕਦੇ ਆ, ਪਾਣੀ ਨੂੰ ਗੰਦਾ ਕਰਦੇ। ਉਹਦਾ ਵਰਡ ਆਂਦਾ ਕੰਟਾਮਿਨਾਰੇ। ਜੇ ਕੰਟਾਮਿਨਾਰੇ ਕਰ ਸਕਦੇ ਆ ਫਿਰ ਉਹ ਪ੍ਰੋਡਕਟ ਲਿਆਣਾ ਮਨਾ ਹੈ। ਇੱਕ ਇਹ ਵੀ ਆਂਦਾ ਜਿਹੜੇ ਨੋਨ ਕੰਟਾਮਿਨਾਨੋ, ਜਿਹੜੇ ਨਹੀਂ ਗੰਦਾ ਕਰਦੇ ਆ ਉਹ ਜਾ ਸਕਦੇ। ਇਹ ਵੀ ਸਵਾਲ ਆਂਦਾ, ਨੋਨ ਕੰਟਾਮਿਨਾਨੋ ਜਾ ਸਕਦੇ ਆ, ਕੰਟਾਮਿਨਾਰੇ ਕਰਦੇ ਉਹ ਨਹੀਂ ਜਾ ਸਕਦੇ। ਬਸ ਇੰਨੀ ਕੁ ਗੱਲ ਹੈ। ਉਹ ਕੋ ਅੱਗੇ ਪਾਣੀ ਭਰਿਆ ਹੋਇਆ, ਪਾਣੀ ਪੂਣੀ ਕੁਛ ਨਹੀਂ ਹੈਗਾ ਅੱਗੇ, ਇਹ ਤਾਂ ਮਤਲਬ ਇਹਨਾਂ ਨੂੰ ਮਨਾ ਹੈ। ਪਾਣੀ ਦਾ ਸਾਈਨ ਹੋਰ ਹੈਗਾ, ਪਾਣੀ ਭਰਿਆ ਹੋਇਆ ਰੋਡ ਦੇ ਉੱਪਰ। 21ਵਾਂ ਸਵਾਲ ਹੋ ਗਿਆ cisterne vuote, ਗਲਤ। Il segnale raffigurato pronuncia presenza del segnale croce di Sant'Andrea। ਹਾਂ, ਫਾਲਸੋ। ਇਹ ਕਿਹੜਾ ਸਾਈਨ ਹੈ? ਦੈਸਤਰਾ ਨੂੰ ਪਹਿਲ ਦੇਣੀ ਹੈ ਤੇ ਬਸ ਇੰਨੀ ਗੱਲ, ਸਿਰਫ ਸੱਜੇ ਪਾਸੇ ਨੂੰ ਪਹਿਲ ਦੇਣੀ ਹੈ, ਹੋਰ ਤਾਂ ਕੋਈ ਗੱਲ ਹੀ ਨਹੀਂ ਹੈ। ਇਹਦਾ ਕੋਈ ਲਿੰਕ ਨਹੀਂ ਦਾਰੇ ਪ੍ਰੈਸੀਡੈਂਸਾ ਜਿਹੜਾ ਨੋਰਮਲ ਹੁੰਦਾ ਜਾਂ ਸਟੋਪ ਦੇ ਨਾਲ ਕੋਈ ਲਿੰਕ ਨਹੀਂਗਾ। ਤੇ ਇਹ ਮਤਲਬ ਨੋਰਮਲ ਜੀ ਗੱਲ ਤੇ ਸੱਜੇ ਪਾਸੇ ਉਹਦਾ ਆਮ ਘੱਟ ਹੀ ਮਿਲਦਾ। ਵੈਸੇ ਵੀ ਨੋਰਮਲ ਕਾਨੂੰਨ ਇਹੀ ਹੁੰਦਾ, ਜੇ ਕੋਈ ਬੋਰਡ ਨਾ ਹੋਵੇ ਤਾਂ ਸੱਜੇ ਪਾਸੇ ਨੂੰ ਪਹਿਲ ਦੇਈਦੀ ਹੈ। ਇਹ ਬੋਰਡ ਵੀ ਸੱਜੇ ਪਾਸੇ ਨੂੰ ਪਹਿਲ ਦੀ ਗੱਲ ਕਰਦਾ ਹੈ। 22ਵਾਂ ਸਵਾਲ ਹੋ ਗਿਆ ਜੀ ਗਲਤ। 23ਵਾਂ le luci rosse accese lampeggianti
ਲਾਲ ਜਗਦੀਆਂ ਬੁਝਦੀਆਂ ਰਹਿੰਦੀ, ਇੱਕ ਵਾਰ ਇਹ ਜਗਣੀ ਇੱਕ ਵਾਰ ਇਹ, ਤੈਨੂੰ ਨਾਲ ਵੱਡਾ ਕਰ ਦਿੰਦੇ ਆ ਲੰਪੇਜੰਤੀ ਅਲਟਰਨਾਟਿਵਾਮੈਂਟੇ, ਮਤਲਬ ਇੱਕ ਵਾਰ ਇਹ ਇੱਕ ਵਾਰ ਉਹ। ਸਾਰੀ ਗੱਲ ਦਾ ਮਤਲਬ ਇੱਕੋ ਹੀ ਹੈ, ਇਨ ਫਿਗੂਰਾ ਓਬਲੀਗਾਨੋ ਆ ਨੋਨ ਸੁਪੇਰਾਰੇ ਸਟ੍ਰੀਸ਼ਾ ਟ੍ਰਾਂਸਵਰਸਾਲੇ ਦੀ ਅਰੈਸਟੋ। Vero. Vero. ਹਾਂ, ਜਗਦੀਆਂ ਬੁਝਦੀਆਂ ਲਾਈਟਾਂ ਅਚੇਜ਼ੇ ਹੈ, ਸਪੈਂਤੇ ਨਹੀਂ ਗੇ, ਜਗਦੇ ਹੈ ਜਗਦੀਆਂ ਬੁਝਦੀਆਂ ਲਾਈਟਾਂ। ਰੁਕ ਜ਼ਰੂਰੀ ਹੈ ਨਾ ਕ੍ਰੋਸ ਕਰਿਓ ਲਾਈਨ, ਬਿਲਕੁਲ ਗੱਲ ਸਹੀ ਹੈ। ਇਹ ਮਿਲੂਗੇ ਸਾਨੂੰ ਕਿੱਥੇ? ਬੈਰੀਅਰ 'ਚ ਨਹੀਂ ਮਿਲੂਗੇ, ਪਸਾਜੋ ਲਿਵੈਲੋ, ਸੈਮੀ ਬੈਰੀਅਰ, ਸੈਂਸਾ ਬੈਰੀਅਰ, ਪੋਂਤੇ ਮੋਬਿਲੇ, ਨਾਵੀ ਟ੍ਰਾਜੈਟੋ ਜਿਹੜਾ ਹੁੰਦਾ ਨਾ ਪੋਂਤਿਲੇ, ਉਹ ਉੱਥੇ ਵੀ ਇਹ ਮਿਲੂਗੇ। ਤੇ ਲਗਭਗ ਇਹ ਬਾਕੀ ਥਾਵਾਂ ਤੇ ਇਹੀ ਮਿਲਦੀਆਂ। ਤਾਂ ਰੁਕਣਾ ਉਸ ਲਾਈਨ ਤੇ ਜਦੋਂ ਇਹ ਜਗਦੀ ਹੈ। 23ਵਾਂ ਸਵਾਲ ਆਪਣਾ ਠੀਕ ਹੈ। 24ਵਾਂ, il segnale in figura vieta l'accesso agli autobus। Also. ਹਾਂ, ਛੱਡ ਕੇ। ਬੱਸ ਨੂੰ ਛੱਡ ਕੇ ਬਾਕੀਆਂ ਨੂੰ ਮਨਾ ਹੈ, ਏਦਾਂ ਪੜਾਂਗੇ ਹਨਾ, ਬਾਕੀਆਂ ਨੂੰ ਮਨਾ ਹੈ। ਤਾਂ ਬੱਸ ਤਾਂ ਜਾ ਹੀ ਸਕਦੀ ਹੈ। ਇਹ ਬੱਸ ਅੱਡੇ ਦੇ ਉੱਪਰ ਸੇਮ ਆਹੀ ਸਾਈਨ ਲੱਗਿਆ ਹੁੰਦਾ, ਬੱਸ ਅੱਡਾ ਕਿੱਥੇ ਵੀ ਹੋਊਗਾ ਉੱਥੇ ਆਹ ਸਾਈਨ ਲੱਗਿਆ, ਬੱਸਾਂ ਹੀ ਜਾ ਸਕਦੀਆਂ ਬਾਕੀ ਨਹੀਂ ਜਾ ਸਕਦਾ। ਤਾਂ ਮਨਾ ਹੈ accesso agli autobus ਨਹੀਂ, ਬੱਸ ਨੂੰ ਛੱਡ ਕੇ ਬਾਕੀਆਂ ਨੂੰ ਮਨਾ, ਤਾਂ ਇਹ ਸਵਾਲ ਗਲਤ। Lo spazio di frenatura diventa 9 volte maggiore se velocità si triplica। Vero. ਤੁਹਾਨੂੰ ਯਾਦ ਆ ਗਿਆ ਇਹ, ਜੇ ਸਪੀਡ ਨੂੰ ਟ੍ਰਿਪਲ ਕਰ ਦਿੰਨੇ ਆ ਤਾਂ ਸਪਾਸੀਓ ਦੀ ਫ੍ਰੇਨਾਤੂਰਾ 9 ਗੁਣਾ ਹੋ ਜਾਂਦੀ ਹੈ। ਜੇ ਕੁਆਡਰੀਪਲਿਕਾ ਕਰ ਦਈਏ ਇੱਥੇ ਕੀ ਆਣਾ ਸੀਗਾ? 16 ਗੁਣਾ, 16 ਵੋਲਟਾ ਆਣਾ ਸੀ ਨਾ। ਜੇ 4 ਗੁਣਾ ਕਰਦੀ ਤਾਂ 16 ਗੁਣਾ ਹੋ ਜਾਣੀ ਉਹ। ਜੇ ਰਾਦੋਪੀਓ ਕਰ ਦਿੰਦੇ ਸਪੀਡ ਨੂੰ ਇੱਥੇ ਕਿੰਨੀ ਹੋਣੀ ਸੀ? 4 ਗੁਣਾ ਕੁਆਡਰੀਪਲਿਕਾ। ਇਹ ਤਿੰਨ ਸਵਾਲ ਠੀਕ ਹੈ। ਇੱਕ ਚੰਦਾ ਰਾਦੋਪੀਓ, ਇੱਥੇ ਵੀ ਰਾਦੋਪੀਓ ਆ ਜਾਂਦਾ, ਉਹ ਸਵਾਲ ਗਲਤ। ਬਸ ਇਹ ਤੁਹਾਨੂੰ ਰੱਟਾ ਵੱਜਿਆ ਹੀ ਹੋਇਆ ਸ਼ਾਇਦ। ਤਾਂ 25ਵਾਂ ਸਵਾਲ ਆਪਣਾ ਸਾਰਾ ਠੀਕ ਹੈ, 9 ਗੁਣਾ ਜੇ ਟ੍ਰਿਪਲ ਕਰਤਾ ਤਾਂ 25ਵਾਂ ਠੀਕ ਹੈ। 26ਵਾਂ, ਨੈਲ ਇੰਕਰੋਚੋ। ਇਹ ਸਵਾਲ ਥੋੜਾ ਜਿਹਾ ਔਖਾ ਜਿਹਾ ਹੈ। ਨੈਲ ਇੰਕਰੋਚੋ ਪਾਸਾਨੋ ਨੈਲ ਸੈਗੁਇੰਟੋ ordine, ਟੀ ਪਹਿਲਾਂ, ਐਲ ਤੇ ਏ ਲਾਸਟ ਵਿੱਚ ਸੀ। Also. ਟੀ ਪਹਿਲਾਂ, ਐਲ ਤੇ ਏ ਲਾਸਟ ਵਿੱਚ ਸੀ। ਇਹੀ ਆਰਡਰ ਹੈ। ਇਹ ਸੀ ਇਕੱਠੀਆਂ ਜਾਣਗੀਆਂ। ਏ ਤੇ ਸੀ ਇਕੱਠੀ ਕਿੱਦਾਂ ਜਾਊਗੀਆਂ? ਸੀ ਦੇ ਸੱਜੇ ਪਾਸੇ ਐਲ, ਇਹ ਬਸ ਇੱਧਰ ਰੱਟਾ ਮਾਰ ਲਓ। ਟੀ ਤਾਂ ਪਹਿਲਾਂ ਜਾਣੀ ਪੱਕਾ ਹੀ ਹੈਗਾ। ਜਦੋਂ ਟੀ ਚੱਲ ਗਈ ਹੈ, ਐਲ ਦਾ ਸੱਜਾ ਪਾਸਾ ਖਾਲੀ ਹੋ ਗਿਆ, ਐਲ ਚੱਲ ਪਈ ਹੈ। ਏ ਦਾ ਤਾਂ ਜਿਸ ਤਰ੍ਹਾਂ ਖਾਲੀ ਹੈ, ਏ ਵੀ ਚੱਲ ਪਈ ਹੈ। ਤਾਂ ਐਲ ਤੇ ਏ ਇਕੱਠੀਆਂ ਜਾ ਸਕਦੀਆਂ, ਐਲ ਤੇ ਏ ਇਕੱਠੀਆਂ ਜਾ ਸਕਦੀਆਂ। ਜਦੋਂ ਟੀ ਚੱਲ ਗਈ ਤਾਂ ਦੇਖੋ ਐਲ ਖਾਲੀ ਨਹੀਂ ਹੋ ਗਿਆ ਸੱਜਾ ਪਾਸਾ ਸਾਰਾ, ਲਾਸਟ ਵਿੱਚ ਸੀ ਨੇ ਰਹਿ ਜਾਣਾ। ਠੀਕ ਹੈ ਨਾ, ਕਲੀਅਰ ਸਾਰਿਆਂ ਦੇ? ਹਾਂ, ਕਿਉਂਕਿ ਇਹ ਤਾਂ ਜਾ ਹੀ ਸਕਦੀ ਹੈ ਟਰਾਮ ਦੇ ਨਾਲ, ਪਰ ਪਹਿਲਾਂ ਟਰਾਮ ਜਾਊਗੀ, ਏ ਨੂੰ ਥੋੜਾ ਜਿਹਾ ਰੁਕਣਾ ਪੈਣਾ ਟਰਾਮ ਵਾਸਤੇ। ਜਿੱਦਾਂ ਟਰਾਮ ਗਈ, ਏ ਐਲ ਲਾਸਟ ਵਿੱਚ ਸੀ। ਇਹ ਯਾਦ ਕਰ ਲਓ, ਇਦਾਂ ਹੀ ਕੁਛ ਨੂੰ ਇਦਾਂ ਹੀ ਯਾਦ ਕਰਨਾ ਚਾਹੀਦਾ। 26ਵਾਂ, ਵੇਰੋ ਲਾ ਸਪੋਰਜੈਂਸਾ ਲੋਂਜੀਟੂਡਿਨਾਲੇ। ਸਵਾਲ ਪੜਾਂ, ਦੱਸੋ ਅੱਗੇ। ਸਪੋਰਜੈਂਸਾ, ਸਪੋਰਜੈਂਸਾ ਵਾਲਾ ਸਾਈਨ ਤਾਂ ਆਪਾਂ ਜਿਹੜਾ ਸ਼ੁਰੂ ਚ ਪੜਿਆ ਸੀ, ਸਪੋਰਜੈਂਸਾ ਵਾਲਾ ਹੈ ਨਾ, ਆਹ ਸੀ ਸਪੋਰਜੈਂਸਾ ਵਾਲਾ। ਸਪੋਰਜੇ ਇੱਕੋ ਗੱਲ ਹੈ, ਇਹ ਤਾਂ ਵਰਡ ਪੜ੍ਹ ਲਿਆ। ਇਹ ਸਪੋਰਜੈਂਸਾ ਥੋੜੀ ਹੈ, ਇਹ ਸਵਾਲ ਵੀ ਪੜ੍ਹਨ ਦੀ ਲੋੜ ਨਹੀਂ ਰਹਿ ਜਾਂਦੀ ਹੈ। ਸਪੋਰਜੈਂਸਾ ਨਹੀਂ, ਸਪੋਰਜੈਂਸਾ ਨਹੀਂ, ਇਹ ਤਾਂ ਕਿੱਥੇ ਲੱਗਿਆ ਹੁੰਦਾ ਹੈ? ਆਤੋਕਾਰੀ। ਆਤੋਕਾਰੀ, ਉਹ ਵੀ ਕਿਹੜੀਆਂ? ਉੱਪਰ ਵਾਲੀ ਹੁੰਦੀਆਂ ਨੇ। 3.5 ਤੋਂ ਉੱਪਰ ਵਾਲੀਆਂ, ਉਹਨਾਂ ਦੇ ਮਗਰ ਲੱਗਿਆ। ਤੇ ਤਾਂ ਕਹਿੰਦਾ ਕੰਦੂਸ਼ੰਤੇ ਕੇ ਵੇਦੇ। ਡਰਾਈਵਰ ਜੀ ਨੇ ਦੇਖਿਆ ਇਸ ਪਨੈਲੋ ਨੂੰ, ਇਹਦਾ ਮਤਲਬ ਹੈ ਉਹ ਸੈਗਵੇ ਕਰ ਰਿਹਾ, ਉਹ ਪਿੱਛਾ ਕਰ ਰਿਹਾ। ਆਤੋਕਾਰ ਉਹ 3.5 ਤੋਂ ਉੱਪਰ ਵਾਲੇ ਦਾ। ਜੇ ਸਾਰਾ ਪੀਲਾ ਹੁੰਦਾ ਫਿਰ ਰਿਮੋਰਕੀ ਉਹਦਾ ਪਿੱਛਾ ਕਰ ਰਹੇ 3.5 ਦਾ। ਤਾਂ ਸਪੋਰਜੇ ਤਾਂ ਕੋਈ ਮਤਲਬ ਨਹੀਂਗਾ। ਤੇ ਸਵਾਲ ਇਹੀ ਸਾਰਾ ਪਾਤਾ ਹੋਣਾ। ਦੂਸਰਾ ਜਿਹੜਾ ਫੀਨੋ 13 ਤੱਕ lunghezza dal vicolo deve essere segnalata mediante uno o due pennelli in figura। ਇਹ ਸਵਾਲ ਉਹ ਸਾਈਨ ਦਾ ਬਣਦਾ ਸੀਗਾ, ਉਹ ਸਵਾਲ ਠੀਕ ਸੀਗਾ। ਤਾਂ 27ਵਾਂ ਹੋ ਗਿਆ ਸਪੋਰਜੈਂਸਾ ਕਰਕੇ ਗਲਤ। ਠੀਕ ਹੈ ਜੀ। 28ਵਾਂ, le giacche di uso motociclistico hanno inseriti rigidi protettivi in corrispondenza delle articolazioni। ਬਾਕੀਆਂ ਦਾ Vero. ਹਾਂਜੀ, ਜਾਕੇ ਜਿਹੜੇ ਮੋਟਰਸਾਈਕਲ ਵਾਲੇ ਪਾਉਂਦੇ ਆ, ਰੱਖਦੇ ਆ ਇਨਸਰਟ ਰਿਜਿਡ, ਸਖਤ ਚੀਜ਼ਾਂ, ਯਾਨੀ ਕਿ ਲੋਹਾ ਜਿਹਾ ਲੱਗਿਆ ਹੁੰਦਾ ਬਿਲਕੁਲ ਉੱਪਰ। ਕਿੱਥੇ? ਜੋੜਾਂ ਦੇ ਉੱਪਰ, ਜਿੱਥੇ ਜੁਆਇੰਟ ਹੁੰਦੇ ਆ।
ਮੋਢਿਆਂ ਤੇ ਹੈ ਨਾ, ਕੂਹਣੀਆਂ ਦੇ ਉੱਪਰ, ਗੋਡਿਆਂ ਦੇ ਉੱਪਰ, ਗੋਡਿਆਂ ਤੇ ਜਾ ਕੇ ਆਉਣਾ ਨਹੀਂਗਾ, ਤਾਂ ਬਿਲਕੁਲ ਹੁੰਦਾ ਹੈ। ਇਹ ਸਵਾਲ ਆਪਣਾ ਠੀਕ ਹੋ ਗਿਆ। ਅੱਛਾ, ਇਹਦਾ ਇੱਕ ਪ੍ਰੋਵਾ ਹੁੰਦਾ ਹੈ ਨਾ, ਜਾਕੇ ਦਾ ਪ੍ਰੋਵਾ ਕਰਦੇ ਜਦੋਂ ਬਾਜ਼ਾਰ ਚ ਆਉਣ ਤੋਂ ਪਹਿਲਾਂ ਪ੍ਰੋਵਾ ਕਰਦੇ ਆ। ਦੋ ਤਰ੍ਹਾਂ ਦੇ ਪ੍ਰੋਵੇ ਆ ਨਾ, ਇੱਕ ਹੈਗਾ ਲਵਾਜੋ ਵਾਲਾ, ਉਹ ਸਹੀ ਹੈ, ਉਹ ਗਲਤ ਹੈ। ਦੂਸਰਾ ਪ੍ਰੋਵਾ ਹੈਗਾ ਜਿਹੜਾ ਕਹਿੰਦਾ ਰੈਜਿਸਟੈਂਸਲ ਤਾਲੀਓ ਤੇ ਅਬਰੇਜ਼ੀਓਨੇ ਰਗੜਾਂ ਵਾਲਾ, ਉਹ ਪ੍ਰੋਵਾ ਠੀਕ ਹੈ ਨਾ। ਤਾਂ ਦੋ ਤਰ੍ਹਾਂ ਦੇ ਪ੍ਰੋਵੇ ਹੁੰਦੇ ਆ, ਫਿਰ ਇਹ ਬਾਜ਼ਾਰ ਚ ਆਉਂਦਾ, ਬਸ ਇੰਨੀ ਗੱਲ ਹੈ। ਹੋਰ ਤਾਂ ਕੋਈ ਕਲਰ ਦਾ ਕੋਈ ਚੱਕਰ ਨਹੀਂ ਜਾਕੇ ਦਾ, ਤੇ ਹਰ ਮੌਸਮ ਦਾ ਹੁੰਦਾ ਹੀ ਆ ਇਹ। ਤਾਂ 28ਵਾਂ ਸਵਾਲ ਆਪਣਾ ਰਿਜਿਡ ਸਮਾਨ ਲੱਗਿਆ ਹੁੰਦਾ, ਲੋਹੇ ਤੇ ਲੱਗਿਆ ਹੁੰਦਾ, ਤਾਂ ਸਵਾਲ ਆਪਣਾ ਠੀਕ ਹੈ ਵੀਰੋ, ਤੇ ਇਹ ਗਲਤ ਹੋ ਗਿਆ ਹੈ। 4 ਗਲਤੀਆਂ ਪੂਰੀਆਂ ਹੋਈਆਂ। Un conducente che ha aggiunto una quantità eccessiva di bevande alcoliche può recuperare velocemente idoneità alla guida se assume cibi piuttosto salati। ਆਲਸੋ ਕਿੱਥੋਂ ਫਾਲਸੋ ਤੁਹਾਨੂੰ ਲੱਗਦਾ ਪਿਆ ਇਹ? ਕਿਉਂਕਿ ਇਹਦੇ ਨਾਲ ਕਵਰ ਕਰਦਾ ਨੇ। ਹਾਂ, ਕਵਰ ਕਰ ਸਕਦਾ ਹੈ। ਆਪਾਂ ਕਹਾਂਗੇ ਨੋਨ ਸੀ ਪੋ ਰਿਕੂਪਰਾਰੇ ਵੈਲੋਚਿਮੈਂਟ, ਕਵਰ ਨਹੀਂ ਕਰ ਸਕਦਾ, ਬਸ ਇਦਾਂ ਹੀ ਹੈ, ਕਵਰ ਕਰ ਹੀ ਨਹੀਂ ਸਕਦਾ। ਇੱਕ ਹੈਗਾ ਪੋ ਰਿਕੂਪਰਾਰੇ ਸੇ ਟ੍ਰਾਸਕੋਰਨੋ ਅਲਕੂਨੇ ਓਰੇ, ਕੁਝ ਘੰਟੇ ਲੰਘ ਜਾਣ। ਇੱਕ ਇਹੀ ਤਰੀਕਾ ਨਾ, ਜੇ ਸ਼ਰਾਬ ਜ਼ਿਆਦਾ ਪੀ ਲਈ, ਨਸ਼ਾ ਜ਼ਿਆਦਾ ਲੈ ਲਿਆ, ਟ੍ਰਾਸਕੋਰਨੋ ਅਲਕੂਨੇ ਓਰੇ, ਸਿਰਫ ਇੱਕੋ ਸੋਲੂਸ਼ਨ ਹੈ, ਕੁਝ ਘੰਟੇ ਲੰਘੂਗੇ ਫੇਰ ਹੀ। ਤੇ ਆ ਕੇ ਕਦੀ ਕਹਿੰਦਾ ਕਦੀ ਕਾਫੇ ਪੀ ਲਓ, ਜਾਂ ਕਦੀ ਉਹ ਪੀ ਲਓ, ਜਾਂ ਨਮਕੀਨ ਚੀਜ਼ਾਂ ਲੈ ਲਓ, ਨਹੀਂ। ਉਹ ਰਿਕੂਪਰਾਰੇ ਵੈਲੋਚਿਮੈਂਟ ਸਾਰੇ ਗਲਤੀ ਹੈ, ਤੇ ਗਲਤੀ ਹੈ। 30ਵਾਂ ਸਵਾਲ, chi conduce un motociclo deve considerare che aderenza diminuisce quando trasporta un passeggero। ਆਲਸੋ ਬਾਕੀਆਂ ਦਾ ਜਿਹੜਾ ਡਰਾਈਵ ਕਰਦਾ ਮੋਟਰਸਾਈਕਲ ਧਿਆਨ ਚ ਕਰੇ ਕਿ ਪਕੜ ਘਟ ਜਾਂਦੀ ਹੈ ਜਦੋਂ ਟਰਾਂਸਪੋਰਟ ਕਰੀਦੀ ਹੈ ਸਵਾਰੀ ਲਿਆਵਾਂਗੇ ਤਾਂ ਅਦਰੈਂਸਾ ਘਟੂਗੀ ਕਿ ਵਧੂਗੀ? ਵੇਟ ਵਧੂਗਾ ਤਾਂ ਪਕੜ ਵਧੂਗੀ ਪੱਕੀ, ਹੈ ਨਾ। ਤਾਂ ਜਦੋਂ ਸਵਾਰੀ ਟਰਾਂਸਪੋਰਟ ਕਰੀਦੀ ਪਕੜ ਘਟ ਕਿੱਦਾਂ ਸਕਦੀ ਹੈ? ਪਕੜ ਤਾਂ ਵਧੂਗੀ, ਜਿੰਨੀ ਭਾਰੀ ਗੱਡੀ ਉਨੀ ਪਕੜ ਜ਼ਿਆਦਾ। ਤੇ ਇਹ ਸਵਾਲ ਆਪਣਾ ਗਲਤ ਹੋ ਗਿਆ। ਹਾਂ, ਉੱਦਾਂ ਡਰਾਈਵਰ ਵਾਲਾ ਧਿਆਨ ਚ ਰੱਖੇ ਕਿ 3 ਚੀਜ਼ਾਂ ਹੈ, ਤੋਂਬੀਨੀ, ਹੋਰ ਕੀ ਹੁੰਦਾ ਹੈ, ਸਟ੍ਰੀਸ਼ੇ ਜਿਹੜੇ ਅਤਰਾਵੈਰਸਾਮੈਂਟੋ ਵਾਲੇ ਸਟ੍ਰੀਸ਼ੇ ਪੈਦੋਨਾਲੀ ਵਗੈਰਾ, ਉਹ ਤੇ ਇੱਕ ਹੋਰ ਕੀ ਸੀਗੇ, ਤੋਂਬੀਨੀ, ਰੋਤਾਈਏ ਪਟਰੀ ਜਿਹੜੀ, ਇਹਨਾਂ ਉੱਪਰ ਇਹ ਪੈਰੀਕਲੋਜ਼ੋ ਹੁੰਦੇ ਆ ਮੋਟਰਸਾਈਕਲ ਵਾਸਤੇ, ਖਾਸ ਕਰਕੇ ਮੀਂਹ ਵਾਲੇ ਦਿਨ 'ਚ। ਇਹ ਤੁਹਾਨੂੰ ਧਿਆਨ ਆ ਗਿਆ ਹੋਣਾ। ਤਾਂ 30ਵਾਂ ਸਵਾਲ ਗਲਤ ਹੋ ਗਿਆ, ਘਟਦੀ ਨਹੀਂ ਵੱਧਦੀ ਹੈ ਪਕੜ ਸਵਾਰੀ ਲਿਆਉਣ ਨਾਲ। Il segnale raffigurato indica ਕਰਦਾ ਕਿ è obbligatorio dare la precedenza a sinistra। ਆਲਸੋ ਪਹਿਲ ਦੇਣ ਦੀ ਗੱਲ ਨਹੀਂ, 2 ਡਾਇਰੈਕਸ਼ਨਾਂ ਹੈ। ਤੈਨੂੰ ਉੱਚੇ ਵੀ ਸਵਾਲ ਆ ਜਾਂਦਾ, uniche direzioni, ਯੂਨੀਕ ਡਾਇਰੈਕਸ਼ਨਾਂ ਵਾ, ਉਹ ਵੀ ਠੀਕ ਹੈ, ਮਨਾ ਹੈ, ਸੈਂਸੋਨਿਕੋ ਦੀ ਕੋਈ ਗੱਲ ਨਹੀਂ ਹੈ, ਇਹ ਤਾਂ ਸੌਖਾ ਹੀ ਹੈ ਸਵਾਲ। ਤਾਂ ਓਬਲੀਗਾਟੋਰੀਓ ਦਾਰੇ ਪ੍ਰੈਸੀਡੈਂਸਾ ਸਵਾਲ ਗਲਤ। 32ਵਾਂ ਸਵਾਲ, ਆਹ ਸਵਾਲ ਦਾ ਕਈ ਵਾਰ ਭੁਲੇਖਾ ਰਹਿੰਦਾ, ਦੇਖਿਆ ਹੁਣ। rispetto al vicolo che procede nel senso di freccia la striscia discontinua in figura si trova, ਤੁਹਾਨੂੰ ਕਿੱਥੇ ਮਿਲੂਗੀ? prima di una curva। ਹਾਂ, ਇਹ ਮਿਲੂਗੀ dopo curva, ਕਿਉਂਕਿ ਹੁਣ ਇਹਦੇ ਵਾਸਤੇ ਤਾਂ ਡਿਸਕੰਟੀਨਿਊ ਹੈਗੀ, ਹੁਣ ਦੂਜੇ ਪਾਸੇ ਜਾ ਸਕਦਾ ਹੈ। ਤਾਂ ਇਹ ਦੂਜੇ ਪਾਸੇ ਉਦੋਂ ਹੀ ਜਾ ਸਕਦਾ ਜਦੋਂ ਦੋਪੋ ਕੂਰਵਾ ਹੋਊਗਾ ਜਾਂ ਦਿਚੇਜ਼ਾ ਹੋਊਗਾ, ਪਸਾਜੋ ਲੈਵਲ ਤੋਂ ਵੀ ਦੋਪੋ, ਇੰਕਰੋਚੋ ਤੋਂ ਵੀ ਦੋਪੋ। ਤਾਂ ਬਸ ਇਹ ਸਵਾਲ ਠੀਕ ਹੀ ਹੈ, ਤੁਹਾਡੇ ਸਮਝ ਆਈ ਗਿਆ ਹੁਣ। 32ਵਾਂ ਸਵਾਲ, ਪ੍ਰੀਮਾ ਨਹੀਂ ਦੋਪੋ, ਇਹ ਫਾਲਸੋ ਸਹੀ ਹੈ। Il segnale raffigurato indica che autocari la direzione per centro cittadino। ਆਲਸੋ ਇਹ ਚ ਦੇਖੋ ਕਿੰਨੀਆਂ ਗਲਤੀਆਂ। ਪਹਿਲੀ ਗੱਲ ਤਾਂ ਆਤੋਕਾਰੀ ਨਹੀਂ ਗੀ, ਇਹਨਾਂ ਦਾ ਨਾਮ ਹੈ ਆਤੋ ਤ੍ਰੇਨੋ ਦੇ ਆਤੋ ਆਰਟੀਕਲ ਆਤੋ, ਹੈ ਨਾ। ਆਤੋਕਾਰੀ ਚ ਇੱਥੋਂ ਗਲਤ ਕਰ ਦਿੰਦੇ। ਡਾਇਰੈਕਸ਼ਨ ਸ਼ਹਿਰ ਵਾਸਤੇ ਡਾਇਰੈਕਸ਼ਨ ਨਹੀਂ ਗੀ, ਸ਼ਹਿਰ ਨੂੰ ਨਾ ਕ੍ਰੋਸ ਕਰੋ, ਸ਼ਹਿਰ ਦੇ ਵਿੱਚ ਨਾ ਜਾਇਓ, ਉਹ ਵੀ ਸਲਾਹ ਹੀ ਹੈ। ਸ਼ਹਿਰ ਚੋਂ ਨਾ ਜਾਓ, ਬਾਈਪਾਸ ਨਿਕਲ ਜਾਓ, ਅੱਗੇ ਜਾ ਕੇ ਸੂਬੀ ਤੋਂ ਨਹੀਂ, ਥੋੜਾ ਜਿਹਾ ਅੱਗੇ ਜਾ ਕੇ ਦੈਸਤਰਾ ਨਿਕਲ ਜਾਓ। ਨੋਨ ਅਤਰਾਵੈਰਸਾਰੇ ਚੈਂਤਰੋ ਵਿਚਾਤੋ, ਸ਼ਹਿਰ ਦੇ ਵਿੱਚ ਨਾ ਵੜਿਓ, ਬਾਹਰ ਨਿਕਲ ਜਾਓ। ਤਾਂ ਇਹ ਜਿੱਥੋਂ ਮਰਜ਼ੀ ਗਲਤ ਕਰ ਦਿਓ, ਆਤੋਕਾਰੀ ਨਹੀਂ, ਇਹਨਾਂ ਦਾ ਨਾਮ ਹੈ। ਜਾਂ ਵੀਕੋਲੀ ਰੈਪਰੈਜ਼ੈਂਟਾਤੀ ਕਹਿ ਦਿਓ, ਜਾਂ ਸਹੀ ਨਾਮ ਲਓ, ਇਹ ਨਾਮ ਵੀ ਗਲਤ ਲਈ ਜਾਂਦਾ, ਤਾਂ ਇਹ ਗਲਤ ਹੋ ਜਾਂਦਾ ਸਵਾਲ। 33ਵਾਂ ਦੇਖੋ, ਆਪਾਂ ਕਹਿ ਦਿੰਦੇ ਨਿਸ਼ਾਨ ਵਾਲੇ ਬੜੇ ਸੌਖੇ, ਗਲਤ ਇਹ ਵੀ ਹੋ ਜਾਂਦਾ। ਹਰ ਚੀਜ਼ ਤੇ ਜ਼ੋਰ ਲਾਉਣਾ ਪੈਣਾ ਉੱਥੇ ਆਪਾਂ ਨੂੰ, ਹੈ ਨਾ। ਕਈ ਵਾਰ ਬਿਨਾਂ ਸਾਈਨ ਵਾਲਾ, ਹੁਣ ਆਹ ਸਵਾਲ ਦੇਖ ਲਓ,
Il limite massimo di velocità su strade extraurbane secondarie è 90 per motocicli। ਪਹਿਲਾਂ ਤਾਂ ਆਪਾਂ ਗੱਡੀ ਦੇਖਦੇ ਹਾਂ, ਮੋਟਰਸਾਈਕਲ ਛੋਟਾ ਹੀ ਹੈ, ਛੋਟਿਆਂ ਦੀ ਸਪੀਡ ਸੈਕੰਡਰੀ ਤੇ ਕਿੰਨੀ ਹੁੰਦੀ ਹੈ? ਛੋਟੀ ਗੱਡੀ, ਛੋਟੀ ਕਾਰ। 45 ਹਾਂਜੀ 45 ਨਹੀਂ, ਮੋਟਰਸਾਈਕਲ ਦੀ 90 ਉਹ ਤਾਂ ਚੀਕਲੋ ਮੋਟੋਰੀ ਦੀ ਹੁੰਦੀ 45। ਹਾਂਜੀ ਹਾਂਜੀ ਮੋਟਰਸਾਈਕਲ ਦੀ, ਕਾਰ ਦੀ ਹੈ ਨਾ, ਨੋਰਮਲ ਜਿਹੜੀ ਛੋਟੀਆਂ ਗੱਡੀਆਂ ਉਹਨਾਂ ਦੀ ਸੈਕੰਡਰੀ ਤੇ 90, ਪ੍ਰਿੰਸੀਪਲ ਦੇ ਉੱਪਰ 110, ਆਟੋ ਸਟਰਾ ਦੇ 130। 130 ਹਾਂ, ਤਾਂ ਇਹ ਮੋਟਰਸਾਈਕਲ ਦੀ ਸੈਕੰਡਰੀ ਤੇ 90 ਹੀ ਹੋਊਗੀ। ਸਾਰੇ ਸਵਾਲ ਬੇਰੋ ਹੋ ਗਿਆ ਹੈ। ਹਾਂ, ਜੇ ਹੁੰਦਾ ਹੋਰ 3.5 ਟਨ ਤੋਂ ਉੱਪਰ ਕੋਈ ਹੁੰਦੀ, ਯਾਨੀ ਕਿ ਰਿਮੋਰਕੀ ਔਰ ਮਾਰਕੀ ਪਾਈ ਹੁੰਦੀ, ਫਿਰ ਕਿੰਨੀ ਸੀ ਸੈਕੰਡਰੀ ਉੱਪਰ? 70। ਹਾਂ, ਪ੍ਰਿੰਸੀਪਲ ਤੇ 80, ਯਾਨੀ ਸੋਰੀ ਪ੍ਰਿੰਸੀਪਲ ਤੇ ਵੀ 70 ਹੀ ਹੈ ਵੱਡੀਆਂ ਗੱਡੀਆਂ ਦੀ, ਆਟੋ ਦੇ ਉੱਪਰ 80। ਹਾਂ, ਹੁਣ ਆ ਦੇਖੋ ਸਵਾਲ ਬਿਨਾ ਸਾਈਨ ਵਾਲਾ। Per non costituire pericolo o intralcio per la circolazione è necessario procedere sempre a velocità costante। ਫਾਲਤੂ ਸੈਂਪਰੇ ਨਹੀਂ, ਤਾਂ ਕਰਕੇ ਫਾਲਤੂ। ਹਾਂ, ਸਹੀ ਗੱਲ ਹੈ, sempre costante। ਹੁਣ ਸਵਾਲ ਇਹ ਬਿਨਾ ਸਾਈਨ ਵਾਲਾ, ਇਹ ਸੌਖਾ ਹੈ, ਆ ਸਾਈਨ ਵਾਲਾ ਵੀ ਗਲਤ ਹੋ ਗਿਆ। ਤਾਂ ਇਹ ਲੱਗਦਾ ਹੁੰਦਾ ਕਿ ਟਾਈਮ ਵੀ ਸਾਈਨ ਵਾਲੇ ਸੌਖੇ ਹੈ, ਸਾਰੇ ਇੱਕ ਵਰਗੇ ਹੈਗੇ। ਤੇ sempre costante ਨਹੀਂ ਚੱਲ ਸਕਦੇ, ਮਤਲਬ ਸੈਂਪਰ ਇੱਕੋ ਸਪੀਡ ਤੇ 60 ਤੇ ਹੀ ਚੱਲੀ ਚੱਲੋ ਜਾਂ 70 ਤੇ ਹੀ ਲਗਾਤਾਰ ਚੱਲਦੇ ਰਹੋ। ਤੁਹਾਨੂੰ ਮੌਕੇ ਦੇ ਹਿਸਾਬ ਨਾਲ ਉੱਪਰ ਵੀ ਕਰਨਾ ਪਊਗਾ, ਮੌਕੇ ਦੇ ਹਿਸਾਬ ਨਾਲ ਘੱਟ ਵੀ ਕਰਨਾ ਪਊਗਾ, ਪਰ ਬਰੂਸ਼ਕਾ ਮੈਨ ਤੇ ਕਦੀ ਕੁਝ ਨਹੀਂ ਕਰਨਾ ਵੀ ਇੱਕਦਮ ਹੀ ਤੁਸੀਂ 100 ਤੇ ਚੱਲ ਗਏ, ਫਿਰ ਇੱਕਦਮ ਹੀ ਬ੍ਰੇਕ ਮਾਰ ਕੇ ਫਿਰ 30 ਤੇ ਆ ਗਏ, ਉਹ ਗਲਤ ਹੈ। ਪਰ ਸੈਂਪਰੇ ਕੋਸਟੈਂਟ ਵੀ ਨਹੀਂ ਚੱਲ ਸਕਦੇ, ਇਹ ਕਹਿੰਦਾ ਜ਼ਰੂਰੀ ਹੈ, ਗਲਤ ਸਵਾਲ ਹੋਇਆ। ਉਹਦਾ ਕੋਸਟਾਂਤੇ ਚੱਲਣ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ? ਇੱਕੋ ਸਪੀਡ ਤੇ ਰਹਾਂਗੇ, ਕੀ ਹੁੰਦਾ, ਕੀ ਫਾਇਦਾ ਹੁੰਦਾ ਉਹਦਾ? ਜੇ ਕੋਸਟਾਂਤੇ ਚੱਲਾਂਗੇ ਤਾਂ ਤੇਲ ਦੀ ਖਪਤ ਘੱਟ ਹੋਊਗੀ ਤੇ ਪੋਲੂਸ਼ਨ ਵੀ ਘੱਟ ਹੋਊਗਾ। ਹਾਂ, ਉਦਾਂ ਉਹਦੀ ਸਲਾਹ ਦਿੱਤੀ ਜਾਂਦੀ ਹੈ ਕਿ ਵੈਲੋਚਿਟà ਕੋਸਟਾਂਤੇ 'ਚ ਚੱਲੋ। ਇਹ ਨਾ ਹੋਵੇ ਤੁਸੀਂ ਕਿਤੇ ਲੰਬੇ ਸਫ਼ਰ ਜਿੱਥੇ ਵੀ ਜਾ ਰਹੇ ਹੋ ਤੁਸੀਂ ਇੱਕ ਸਪੀਡ ਆਪਣੀ ਰੱਖ ਲਓ, 60 65 70, ਜਿੱਦਾਂ ਜੇ ਰੋਡ ਦੇ ਹਿਸਾਬ ਨਾਲ ਬਾਕੀ ਡਿਪੈਂਡ ਕਰਦਾ, 80 90 ਤੱਕ ਇੱਕੋ ਸਪੀਡ ਰੱਖੋ। ਬਾਰ-ਬਾਰ ਜ਼ਿਆਦਾ ਤੇਜ਼ ਚੱਲੂਗੇ ਤਾਂ ਬਾਰ-ਬਾਰ ਬ੍ਰੇਕਾਂ ਵੀ ਮਾਰਨੀ ਪਊਗੀ, ਉਹਦੇ ਨਾਲ ਫਿਰ ਤੇਲ ਦੀ ਖਪਤ ਜ਼ਿਆਦਾ ਹੁੰਦੀ ਹੈ। ਸਲਾਹ ਦਿੱਤੀ ਜਾਂਦੀ ਹੈ ਕੋਸਟਾਂਤੇ, ਪਰ ਸੈਂਪਰੇ ਨਹੀਂ, ਤਾਂ ਗਲਤ ਹੋ ਜਾਂਦਾ। sempre ਕਰਕੇ ਗਲਤ ਹੋ ਗਿਆ। 36ਵਾਂ durante un sorpasso in autostrada mantenersi troppo a lungo sulla corsia di sorpasso può essere motivo di intralcio। autostrada 'ਚ ਓਵਰਟੇਕ ਵੇਲੇ mantenersi ਰਹਿਣਾ, troppo a lungo ਬੜਾ ਲੰਬਾ ਟਾਈਮ ਓਵਰਟੇਕ ਵਾਲੇ ਕੋਰਸੀਏ 'ਚ, può essere motivo di intralcio ਡਿਸਟਰਬੈਂਸ ਦਾ ਕਾਰਨ ਬਣ ਸਕਦਾ ਹੈ। ਸਹੀ ਹੈ ਨਾ, ਕਿਉਂਕਿ 3 ਕੁਰਸੀ ਹੈ, 2 ਕੁਰਸੀ ਹੈ, ਤੁਸੀਂ ਆਪਣੇ ਕੁਰਸੀ ਜਿਹੜਾ ਬਾਹਰ ਸੱਜੇ ਪਾਸੇ ਖਾਲੀ ਉਹ 'ਚ ਜਾਣਾ। ਓਵਰਟੇਕ ਵਾਲੇ 'ਚ ਬਹੁਤ ਟਾਈਮ ਤੱਕ ਰਹੀ ਜਾਂਦੇ ਆ, ਡਿਸਟਰਬੈਂਸ ਦਾ ਕਾਰਨ ਹੈ ਉਹ, ਪਿੱਛੋਂ ਪੱਕੇ ਨੂੰ ਓਵਰਟੇਕ ਨਹੀਂ ਕਰਨਾ, ਤਾਂ ਜ਼ਿਆਦਾ ਟਾਈਮ ਓਵਰਟੇਕ ਵਾਲੇ ਤੇ ਨਾ ਰਹੋ, ਆਪਣੇ ਵਾਪਸ ਕੁਰਸੀ 'ਚ ਓਵਰਟੇਕ ਕਰਕੇ ਆ ਜਾਓ, ਤੇ ਗੱਲ ਠੀਕ ਹੈ। 36ਵਾਂ 37ਵਾਂ fuori dai centri abitati ਸ਼ਹਿਰ ਤੋਂ ਬਾਹਰ conducenti devono spennere proiettori di profondità procedendo con quelli anabolianti quando stanno per incrociare altri veicoli। ਬਿਲਕੁਲ ਸਹੀ ਹੈ, ਵੇਰੋ ਹੀ ਹੈ ਇਹ। ਤੁਹਾਨੂੰ ਪਤਾ ਲੱਗ ਗਿਆ, ਸ਼ਹਿਰ ਤੋਂ ਬਾਹਰ ਜਦੋਂ ਆਪਾਂ ਬੁਝਾ ਦੇਣੀਆਂ ਵੱਡੀਆਂ ਲਾਈਟਾਂ, ਸ਼ਹਿਰ ਤੋਂ ਬਾਹਰ ਵੱਡੀਆਂ ਲਾਈਟਾਂ ਜਗਾਈਆਂ, ਕੋਈ ਵੀ ਨਹੀਂ ਆ ਰਿਹਾ ਹੈ ਨਾ, ਰਾਤ ਨੂੰ ਕੋਈ ਨਹੀਂ ਆ ਰਿਹਾ, ਤਾਂ ਵੱਡੀਆਂ ਲਾਈਟਾਂ ਜਗਾ ਸਕਦੇ ਹਾਂ, ਪਰ ਕਹਿੰਦਾ ਬੁਝਾ ਦਿਓ ਉਹਨਾਂ ਨੂੰ। ਤੇ procedendo con anabolianti ਛੋਟੀਆਂ ਦੇ ਨਾਲ ਹੀ ਅੱਗੇ ਚੱਲੋ, ਜਿਹੜੀਆਂ ਨੋਰਮਲ ਆਪਾਂ ਜਗਾਉਂਦੇ ਉਹਦੇ ਨਾਲ ਹੀ ਚੱਲੋ। ਕਦੋਂ? ਜਦੋਂ ਸਤਾਨੋਂ ਫਿਰ ਇਨਕਰੋਸ਼ਾਰੇ, ਜਦੋਂ ਕ੍ਰੋਸ ਕਰੂਗਾ ਕੋਈ, ਉਦੋਂ ਨਾਲ ਦੀ ਨਾਲ ਹੀ ਵੱਡੀਆਂ ਬੁਝਾ ਦਿਓ, ਵੱਡੀਆਂ ਬੁਝਾ ਦਿਓ। ਜਦੋਂ ਸਾਹਮਣੋਂ ਕੋਈ ਆ ਗਿਆ, ਸਾਹਮਣੋਂ ਕੋਈ ਪੈਦਲ ਆ ਗਿਆ, ਸਾਹਮਣੇ ਰੋਡਾਂ ਤੋਂ ਕੋਈ ਆ ਰਿਹਾ, ਇਦਾਂ 2-3 ਸਵਾਲ ਹੈਗੇ ਆ। ਇੱਕ ਹੋਰ ਆਂਦਾ, ਹੋਰ ਕਦੋਂ ਬੁਝਾਣੀ ਪੈਂਦੀ ਵੱਡੀ ਲਾਈਟਾਂ? ਜਦੋਂ ਅਗਲੀ ਗੱਡੀ ਦੇ ਅਸੀਂ ਜ਼ਿਆਦਾ ਨੇੜੇ ਆ ਜੰਨੇ ਆ, ਤਾਂ ਵੀ ਆਂਦਾ ਨਾ, ਮੋਰੇ ਗੱਡੀ ਆ ਉਹਦੇ ਅਸੀਂ ਬਹੁਤ ਨੇੜੇ ਪਹੁੰਚ ਗਏ ਪਿੱਛੋਂ, ਤਾਂ ਵੀ ਤੁਹਾਨੂੰ ਵੱਡੀ ਲਾਈਟ ਆਪਣੀ ਬੁਝਾ ਦੇਣੀ ਚਾਹੀਦੀ ਹੈ, ਕਿਉਂਕਿ ਪਿੱਛੋਂ ਲਾਈਟਾਂ ਪੈ ਕੇ ਵੀ ਉਹਦੇ ਸ਼ੀਸ਼ੇ 'ਚ ਲਾਈਟਾਂ ਪੈਂਦੀਆਂ, ਚਮਕ ਪੈਂਦੀ ਆ, ਉਦੋਂ ਵੀ ਬੁਝਾ ਦੇਣੀਆਂ ਚਾਹੀਦੀਆਂ। ਤੇ ਸਾਰੇ ਸਵਾਲ ਇਹੀ ਗੱਲਾਂ ਠੀਕ ਹੈ, ਬਾਕੀ 37ਵਾਂ ਸਵਾਲ ਠੀਕ ਹੈ, ਇਹ ਕ੍ਰੋਸ ਕਰਦੇ ਜਦੋਂ। 38ਵਾਂ acqua planning ਦਾ il fenomeno dell'acqua planning si verifica più facilmente a bassa velocità। ਫਾਲਸੋ ਬਿਲਕੁਲ ਸਹੀ ਹੈ। acqua planning ਮਤਲਬ ਪਾਣੀ ਤੇ ਤਿਲਕ ਜਾਂਦੀ ਗੱਡੀ ਕਈ ਵਾਰ, ਜਿਹੜੀ
ਸੌਖਾ ਮਹਿਸੂਸ ਹੁੰਦਾ ਹੌਲੀ ਸਪੀਡ ਤੇ? ਨਹੀਂ, ਤੇਜ਼ ਸਪੀਡ ਤੇ ਮਹਿਸੂਸ ਹੋਊਗਾ, ਉਹ ਸਵਾਲ ਨਹੀਂ ਹੈ। ਪਰ ਇੱਕ ਸਵਾਲ ਹੈਗਾ, ਹੌਲੀ ਸਪੀਡ ਤੇ ਮਹਿਸੂਸ ਹੁੰਦਾ ਹੈ ਸੇ ਪਨਿਊਮਾਤੀ ਸੋਨੋ ਕੰਜ਼ੂਮਾਤੀ। ਜੇ ਟਾਇਰ ਘਸਿਆ ਫਿਰ ਹੌਲੀ ਤੇ ਵੀ ਤੁਹਾਨੂੰ ਪਤਾ ਲੱਗੂਗਾ ਕਿ ਗੱਡੀ ਡੋਲ ਰਹੀ ਹੈ ਨਾ? ਉਹ ਸਵਾਲ ਠੀਕ ਹੈ, ਪਰ ਕੱਲਾ ਬਾਸਾ ਵੈਲੋਚਿਤਾ ਕਹਿੰਦਾ ਉਹ ਗਲਤ ਹੈ। ਤੇ ਇੱਕ ਹੋਰ ਹੈਗਾ, ਹਲਕੀਆਂ ਗੱਡੀਆਂ 'ਚ ਛੇਤੀ ਮਹਿਸੂਸ ਹੁੰਦਾ, ਹਲਕੀਆਂ ਗੱਡੀਆਂ 'ਚ, ਲੇਜੇਰੀ 'ਚ, ਹੈ ਨਾ? ਤੇ ਇੱਕ ਆ ਜਾਂਦਾ ਹੈ ਆਕਵਾ ਪਲਾਨਿੰਗ ਦੇ ਨਾਲ ਪਾਣੀ ਦੀ ਸਤ੍ਹਾ ਉੱਪਰ ਗੱਡੀ ਤਿਲਕਦੀ ਹੈ, ਤਿਲਕ ਜਾਂਦੀ ਨਾ, ਸੁਲ ਸਟਰਾਤੋ ਦੀ ਆਕਵਾ ਸ਼ੀਵੋਲਾਮੈਂਤੋ ਹੋ ਜਾਂਦੀ, ਗੱਡੀ ਸਲਿੱਪ ਕਰਦੀ ਹੈ, ਪਾਣੀ ਦੇ ਉੱਪਰ ਤਿਲਕ ਜਾਂਦੀ। ਤੇ ਇਹ ਤਿੰਨ ਸਵਾਲ ਠੀਕ ਹੈ। ਬਾਕੀ ਇਹ ਕਹਿੰਦਾ ਵੀ ਸਾਈਡਾਂ ਤੇ ਪਾਣੀ ਫੋਰਤੇ ਪੈਂਦੈਂਸਾ ਲਤਰਾਲੇ ਆ, ਸਾਈਡਾਂ ਤੋਂ ਢਾਲ ਹੈ ਕਿ ਉੱਥੇ ਜ਼ਿਆਦਾ ਹੁੰਦੀ ਆ, ਉਹ ਵੀ ਗਲਤ ਹੈ ਨਾ? ਸ਼ਾਇਦ ਤੁਹਾਨੂੰ ਧਿਆਨ ਆ ਗਿਆ ਹੋਣਾ। 38ਵਾਂ ਸਵਾਲ, ਹੌਲੀ ਸਪੀਡ ਤੇ ਨਹੀਂ ਮਹਿਸੂਸ ਹੁੰਦੀ, ਤੇਜ਼ ਸਪੀਡ ਤੇ ਮਹਿਸੂਸ ਹੁੰਦੀ ਹੈ। 38ਵਾਂ ਸਵਾਲ ਗਲਤ। La formula assicurativa bonus malus non si applica per motocicli। ਕੌਣ ਸੀ? ਮੋਟਰਸਾਈਕਲ ਤੇ ਕਿਉਂ ਨਹੀਂ ਅਪਲਾਈ ਹੁੰਦਾ? ਹਰ ਗੱਡੀ ਤੇ ਅਪਲਾਈ ਹੁੰਦਾ। ਇਹ ਦੋ ਗੱਲਾਂ ਤੇ ਡਿਪੈਂਡ ਕਰਦਾ ਹੈ, ਦੋ ਗੱਲਾਂ ਤੇ। ਕਿ ਨੂਮਰੋ ਦੀ ਇੰਸੀਡੈਂਟੀ, ਐਕਸੀਡੈਂਟ ਦੇ ਉੱਪਰ ਹੀ ਹੈ। ਜੇ ਐਕਸੀਡੈਂਟ ਹੋ ਗਿਆ ਤਾਂ ਮਾਲੂਸ, ਨਹੀਂ ਹੋਇਆ ਤਾਂ ਬੋਨਸ, ਕਿਸ਼ਤ ਘਟ ਜਾਣੀ ਹੈ। ਇਹ 'ਚ ਸਵਾਲ ਇੱਕ ਹੋਰ ਆ ਜਾਂਦਾ, ਕਿ ਤਾਂ ਹੋਏਗਾ ਨੂਮਰੋ ਦੀ ਇੰਸੀਡੈਂਟੀ ਤੇ ਡਿਪੈਂਡ ਕਰਦਾ, ਇਹ ਸਵਾਲ ਠੀਕ ਹੈ। ਦੂਸਰਾ ਹੈਗਾ ਵਾਰੀਏਸ਼ਨੇ ਨਾ, ਵੇਰੀਏਸ਼ਨ ਆਉਂਦਾ ਰਹਿੰਦਾ, ਪ੍ਰੇਮੀਓ 'ਚ ਬਦਲਾਵ ਆਉਂਦਾ ਰਹਿੰਦਾ, ਕਿਸ਼ਤ ਵਿੱਚ, ਇਦਾਂ ਕੋਈ ਸਵਾਲ ਹੈਗਾ। ਤੇ ਇੱਕ ਉਹ ਠੀਕ ਹੈਗਾ, ਦੋ ਗੱਲਾਂ ਤੇ ਡਿਪੈਂਡ ਕਰਦਾ। ਵੇਰੀਏਸ਼ਨ ਹਰ ਸਾਲ ਬਦਲਾਵ ਆਊਗਾ ਤੁਹਾਡੀ ਕਿਸ਼ਤ, ਜੇ ਨਹੀਂ ਕੀਤਾ ਤਾਂ ਘਟ ਜੂਗੀ, ਜੇ ਕੀਤਾ ਤਾਂ ਵੱਧ ਜੂਗੀ। ਵੇਰੀਏਸ਼ਨ ਆਉਂਦਾ ਰਹਿੰਦਾ, ਬਸ ਇੰਨੀ ਕੁ ਗੱਲ ਲੱਭਣੀ ਆਪਾਂ। 39ਵਾਂ ਸਵਾਲ, ਅਪਲਾਈ ਨਹੀਂ ਹੁੰਦਾ, ਜਾਂ ਕਹਿੰਦਾ ਆਟੋਮੈਟਿਕ ਕੈਂਸਲ ਹੋ ਜਾਂਦਾ ਇਹ, ਜਾਂ ਜੂਦੀਸ਼ੇ ਜੱਜ ਸੈੱਟ ਕਰਦਾ। ਨਹੀਂ, ਇਹ ਤਾਂ ਸਿਰਫ ਫਾਰਮੂਲਾ ਬਣਾਤਾ, ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ, ਜੱਜ ਦਾ, ਜੂਦੀਸ਼ੇ ਦਾ ਕੋਈ ਰੋਲ ਨਹੀਂ। ਉਹ ਸਵਾਲ ਗਲਤ ਹੋ ਗਿਆ। 39ਵਾਂ। ਚਲੋ 40ਵਾਂ, il segnale raffigurato consente la fermata। fermata ਤਾਂ ਅਲਾਉਡ ਹੈ ਹੀ ਨਹੀਂ, ਕਿਉਂਕਿ ਦੋ ਕੱਟ ਆ ਤਾਂ ਦੋਨੋਂ ਹੀ ਮਨਾ ਹੈ, ਪੜ੍ਹਨ ਦੀ ਕੋਈ ਲੋੜ ਨਹੀਂ। ਸੇ veicolo non reca ਮਤਲਬ ਕਰੀਆਰੇ ਇੰਤਰਾਲ ਵਾਲਾ circolazione, ਡਿਸਟਰਬੈਂਸ ਨਹੀਂ ਕਰਦਾ ਤਾਂ ਮਨਾ ਨਹੀਂ, ਅਲਾਉਡ ਹੈ। ਫਿਰ ਕਹਿੰਦਾ ਨਹੀਂ, ਇੱਥੇ ਦੋਨੋਂ ਹੀ ਮਨਾ ਹੈ। ਅੱਛਾ, ਸ਼ਹਿਰ ਦੇ ਵਿੱਚ ਇਹ ਲੱਗਿਆ ਹੋਵੇ ਤਾਂ ਕਦੋਂ ਆਪਾਂ ਕਰ ਸਕਦੇ, ਕਿੰਨੇ ਟਾਈਮ ਵੈਲਿਡ ਹੈ ਇਹ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ ਕਿੰਨਾ ਵੈਲਿਡ ਹੈ ਇਹ? 24 ਘੰਟੇ। ਹਾਂ, ਸ਼ਹਿਰ ਤੋਂ ਬਾਹਰ 24 ਘੰਟੇ। ਜਿਹੜਾ ਕੱਲਾ ਸੋਸਤਾ ਦਾ ਹੁੰਦਾ ਉਹ ਸ਼ਹਿਰ ਤੋਂ ਬਾਹਰ ਉਹ ਵੀ 24 ਘੰਟੇ ਹੁੰਦਾ। ਕੱਲਾ ਸੋਸਤਾ ਵਾਲਾ ਸ਼ਹਿਰ ਦੇ ਵਿੱਚ ਸਿਰਫ ਦਿਨੇ ਦਿਨੇ ਵੈਲਿਡ ਹੁੰਦਾ। ਕੱਲਾ ਸੋਸਤਾ ਮਤਲਬ ਆ ਸਾਰੇ ਦੋਨੋਂ ਸਾਈਨ 24 ਘੰਟੇ ਹੈ। ਸੋਸਤਾ ਵਾਲਾ ਜਿਹੜਾ ਸ਼ਹਿਰ ਦੇ ਵਿੱਚ 12 ਘੰਟੇ ਦਿਨੇ ਦਿਨੇ ਹੁੰਦਾ, ਉਹ ਵੀ 24 ਘੰਟੇ ਕਰ ਸਕਦੇ ਆ ਪਨੈਲੋ ਲਾ ਕੇ। ਇਹ ਆਪਣਾ ਹੋ ਗਿਆ ਪੂਰਾ ਜੀ। ਹਾਂਜੀ, ਬਾਕੀ ਐਂਡ ਵਿੱਚ ਇਹੀ ਕਹੂੰਗਾ ਕਿ ਜਦ ਤੱਕ ਤੁਹਾਡਾ ਪੇਪਰ ਨਹੀਂ ਹੋਇਆ ਨਾ, ਡਰ ਬਣਿਆ ਰਹਿਣਾ। ਇਦਾਂ ਹੀ ਲੱਗਦਾ ਰਹਿੰਦਾ ਕਿ ਉਹ ਸਵਾਲ ਭੁੱਲ ਗਿਆ ਤੇ ਉਹ ਚੈਪਟਰ ਬਿਲਕੁਲ ਭੁੱਲ ਗਿਆ। ਇਹ ਡਰ ਹਰ ਬੰਦੇ ਨੂੰ ਲੱਗਦਾ, ਨੋਰਮਲ ਜੀ ਗੱਲ ਹੈ ਇਹ। ਤੇ ਇਸ ਚੀਜ਼ ਤੋਂ ਘਬਰਾਉਣਾ ਨਹੀਂ ਕਿ ਵੀ ਭੁੱਲਦਾ ਲੱਗਦਾ ਪਿਆ। ਹਾਂ, ਜਦ ਤੱਕ ਪੇਪਰ ਨਹੀਂ ਪੈ ਜਾਂਦਾ ਆਪਣਾ ਤਰੀਕੇ ਦੇ ਨਾਲ ਤਿਆਰੀ ਕਰੋ। ਇਹ ਨਾ ਹੋਵੇ ਵੀ ਜਦੋਂ ਹੁਣ ਸੁਰਪਾਸੋਂ ਦਸਤਰਾ ਦੀ ਗੱਲ ਆ ਗਈ ਜੇ ਮੰਨ ਲਓ, ਤਾਂ ਉਹ ਆਪਾਂ ਫਿਰ ਪਤਾ ਹੋਵੇ ਦਸਤਰਾ ਕਦੋਂ ਕਰਦੇ ਤੇ ਕਦੋਂ ਨਹੀਂ ਕਰਦੇ, ਹੈ ਨਾ। ਤੇ ਇਹ ਚੀਜ਼ਾਂ ਤਾਂ ਕਲੀਅਰ ਕਰਨੀ ਪਊਗੀਆਂ ਆਪਣਾ, ਜਿੰਨਾ ਤੁਹਾਡੇ ਕੋਲ ਟਾਈਮ ਹੈਗਾ ਉਸ ਹਿਸਾਬ ਨਾਲ। ਪਰ ਇਸ ਚੀਜ਼ ਤੋਂ ਘਬਰਾਉਣਾ ਨਹੀਂ ਕਿ ਪੇਪਰ ਦਾ ਡਰ ਹਮੇਸ਼ਾ ਹੁੰਦਾ ਹੀ ਹੈ, ਚਾਹੇ ਕੋਈ ਵੀ ਕਿਸ ਤਰ੍ਹਾਂ ਦਾ ਵੀ ਪੇਪਰ ਹੋਵੇ। ਇਹ ਸਾਰਿਆਂ ਨੂੰ ਹੁੰਦਾ, ਨੋਰਮਲ ਬੰਦੇ ਨੂੰ ਤਾਂ ਹੁੰਦਾ ਹੀ ਹੁੰਦਾ ਡਰ, ਸਾਨੂੰ ਵੀ ਹੁੰਦਾ। ਤਾਂ ਇਸ ਚੀਜ਼ ਤੋਂ ਘਬਰਾਓ ਨਾ, ਪੇਪਰ ਪਾਓ। ਬਾਕੀ ਮਿਹਨਤ ਦਾ ਫਲ ਤੁਹਾਨੂੰ ਮਿਲੂਗਾ ਹੀ ਮਿਲੂਗਾ, ਜੇ ਮਿਹਨਤ ਕੀਤੀ। ਜੇ ਨਹੀਂ ਕੀਤੀ ਤਾਂ ਫਿਰ ਤੁਹਾਨੂੰ ਪਤਾ ਹੀ ਉਹਦਾ, ਫਿਰ ਤਾਂ ਤੁੱਕਾ ਲੱਗ ਸਕਦਾ। ਮਿਹਨਤ ਦਾ ਫਲ ਤੁਹਾਨੂੰ ਮਿਲ ਹੀ ਜਾਣਾ, ਘਬਰਾਉਣ ਦੀ ਲੋੜ ਨਹੀਂ। ਤੇ ਬਾਕੀ ਛੇਤੀ ਵੀਡੀਓ ਬਣਾਉਂਦੇ। ਓਕੇ ਜੀ, ਬਹੁਤ ਬਹੁਤ ਧੰਨਵਾਦ।